ਉਸ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ, ਜਿਨ੍ਹਾਂ ਤੇ ਕਲਯੁਗ ਦੇ ਵਿੱਚ ਸਾਡੇ ਉੱਤੇ ਬੜੀ ਭਾਰੀ ਰਹਿਮਤ ਕੀਤੀ, ਦਇਆ ਕੀਤੀ। ਜੇ ਸਾਨੂੰ ਇਹ ਪਤਾ ਲੱਗ ਜਾਵੇ ਕਿ ਅਸੀਂ ਰੂਹਾਨੀਅਤ ਦੇ ਅੰਦਰ ਕਿਤਨੇ ਦਿਵਾਲੀਆਪਨ ਤੇ ਆਏ ਬੈਠੇ ਹਾਂ, ਫੇਰ ਹੀ ਅਸੀਂ ਮਨ ਅੰਦਰ ਗੁਰੂ ਦਾ ਪਿਆਰ, ਗੁਰੂ ਦਾ ਇਸ਼ਕ ਭਰ ਸਕਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਉਸਨੇ ਉਹ ਦੌਲਤ ਦਿੱਤੀ ਜੋ ਅਸੀਂ ਖੇਤਾਂ ਵਿੱਚ ਉਗਾ ਨਹੀਂ ਸਕਦੇ। ਕਿਸੇ ਵੀ ਅੱਛੇ ਵਣਜ ਨਾਲ, ਵਪਾਰ ਨਾਲ, ਪੈਸੇ ਦੇ ਜ਼ੋਰ ਤੇ ਅਸੀਂ ਉਸ ਨੂੰ ਖਰੀਦ ਨਹੀਂ ਸਕਦੇ। ਇਹ ਸਿਰਫ ਦਇਆ ਹੀ ਸੀ। ਉਸ ਪਰਮਾਤਮਾ ਕਿਰਪਾਲ ਅੱਗੇ ਸਦਾ ਹੀ ਬਚਪਨ ਤੋਂ ਮੇਰੀ ਅਰਦਾਸ ਰਹੀ। ਹਾਲਾਂਕਿ ਮੈਂ ਉਹਨੂੰ ਦੇਖਿਆ ਨਹੀਂ ਸੀ, ਮੈਂ ਉਹਦੀ ਮਹਿਮਾ ਨਹੀਂ ਸੁਣੀ ਸੀ, ਕੋਈ ਮੈਨੂੰ ਉਹਦੀ ਨਿੰਦਿਆ ਕਰਨ ਵਾਲਾ ਵੀ ਨਹੀਂ ਮਿਲਿਆ ਸੀਗਾ। ਪਰ ਫਿਰ ਵੀ ਸਾਨੂੰ ਪਤਾ ਹੈ ਕਿ ਇਨਸਾਨ ਸੀ ਪਿਆਰ ਹੁੰਦਾ ਹੈ। ਜਿਸ ਚੀਜ਼ ਦੀ ਖੋਜ ਹੋਵੇ, ਜਿਸ ਚੀਜ਼ ਦੀ ਭਾਲ ਹੋਵੇ, ਬਚਪਨੇ ਤੋਂ ਹੀ ਦਿਲ ਦੇ ਅੰਦਰ ਖੁਟਕਦਾ ਰਹਿੰਦਾ ਹੈ। ਸਦਾ ਐਸੇ ਸੀ ਕਿ ਹੇ ਪਰਮਾਤਮਾ, ਹੇ ਪ੍ਰਭੂ, ਕਿਰਪਾ ਕਰਨ ਵਾਲਿਆ, ਮੈਂ ਇੱਕ ਬੇਸਹਾਰਾ ਅਬੋਧ ਬਾਲਕ ਹੈ ਤੇਰਾ। ਮੈਂ ਤੇਰੇ ਦਰ ਤੇ, ਤੇਰੇ ਚਰਨਾਂ ਵਿੱਚ ਪੁਕਾਰ ਕਰਦਾ ਹਾਂ। ਤੂੰ ਮੇਰੀ ਉਂਗਲੀ ਪਕੜ। ਅਗਰ ਤੂੰ ਮੈਨੂੰ ਆਪਦੇ ਦਰ ਦੇ ਉੱਤੇ ਠੁਕਰਾ ਦਿੱਤਾ, ਮੇਰੇ ਵਾਸਤੇ ਕਿਹੜਾ ਟਿਕਾਣਾ ਹੈ। ਮੈਂ ਸੁਣਿਆ ਹੈ ਕਿ ਤੂੰ ਦੀਨਾਂ ਤੇ ਦਇਆ ਕਰਦਾ ਹੈ, ਤੂੰ ਵੱਡਾ ਦਿਆਲੂ ਹੈ। ਤੂੰ ਮੇਰੇ ਜਿੰਨਾ ਹੋਰ ਦੀਨ ਕਿਹੜਾ ਹੈ, ਐਦੂ ਵੱਡਾ ਹੋਰ ਦੀਨ ਕੌਣ ਹੋ ਸਕਦਾ ਹੈ। ਮੈਂ ਇਹ ਵੀ ਸੁਣਿਆ ਹੈ ਕਿ ਤੂੰ ਪਾਪੀਆਂ ਦੇ ਉੱਤੇ ਰਹਿਮ ਕਰਦਾ ਹੈ, ਸਭ ਦੇ ਪਾਪ ਕੱਟਦਾ ਹੈ। ਤੂੰ ਮੇਰੇ ਜਿੰਨਾ ਐਦੂ ਵੱਡਾ ਹੋਰ ਪਾਪੀ ਕੌਣ ਹੋ ਸਕਦਾ ਹੈ। ਹੋ ਸਕਦਾ ਹੈ ਕਿ ਪੱਥਰ ਵੀ ਹਲਕੇ ਹੋਣ। ਜੇ ਸਾਨੂੰ ਇਹ ਗਿਆਨ ਹੋਵੇ ਕਿ ਅਸੀਂ ਜਨਮਾਂ ਜਨਮਾਤਰਾਂ ਦੇ ਪਤਾ ਨਹੀਂ ਕਿਤਨੇ ਕੁ ਐਬ ਕੀਤੇ ਹੈ, ਕਿਤਨੇ ਕੁ ਪਾਪ ਕੀਤੇ ਹੈ, ਤਾਂ ਫਿਰ ਸਾਨੂੰ ਪਤਾ ਲੱਗਦਾ ਹੈ ਸਦਾ ਇਹੀ ਰਿਹਾ ਕਿ ਮੈਂ ਦੁਖੀਆਂ ਹਾਂ। ਮੈਂ ਸੁਣਿਆ ਹੈ ਕਿ ਤੂੰ ਦੁਖੀਆਂ ਦੇ ਉੱਤੇ ਦਇਆ ਕਰਦਾ ਹੈ, ਤੂੰ ਦਿਆਲੂ ਹੈ। ਮੈਂ ਇਹ ਵੀ ਸੁਣਦਾ ਹੈ ਕੋਈ ਤੈਨੂੰ ਕਹਿੰਦਾ ਹੈ ਨਿਰਗੁਣ ਕਹਿੰਦਾ ਹੈ, ਕੋਈ ਸਰਗੁਣ ਕਹਿੰਦਾ ਹੈ, ਲੇਕਿਨ ਮੈਂ ਇਹ ਸਾਰੇ ਬਖੇੜੇ ਬੇਅਰਥ ਸਮਝਦਾ ਹਾਂ। ਤੇਰਾ ਜਲਵਾ, ਤੇਰਾ ਪ੍ਰਕਾਸ਼ ਮੈਨੂੰ ਹਰ ਇੱਕ ਦੇ ਅੰਦਰ ਨਜ਼ਰ ਆਉਂਦਾ ਹੈ। ਕੋਈ ਐਸਾ ਕਣ ਨਹੀਂ, ਕੋਈ ਐਸਾ ਬਿਰਸ਼ ਨਹੀਂ, ਕੋਈ ਐਸਾ ਪੱਤਾ ਨਹੀਂ ਕਿ ਜਿਹਦੇ ਅੰਦਰ ਤੇਰਾ ਜਲਵਾ ਨਜ਼ਰ ਨਹੀਂ ਆਉਂਦਾਗਾ। ਤੂੰ ਮੈਨੂੰ ਆਪਦੇ ਦਰ ਤੋਂ ਫਟਕਾਰੀ ਨਾ, ਧੱਕੀ ਨਾ। ਇਸ ਗਰੀਬ ਆਤਮਾ ਵਾਸਤੇ ਹੋਰ ਕਿਹੜਾ ਟਿਕਾਣਾ ਹੈ। ਸਾਨੂੰ ਪਤਾ ਹੈ ਕਿ ਜਦ ਬੱਚਾ ਮਾਂ ਦੇ ਵਾਸਤੇ ਰੋਂਦਾ ਹੈ ਤਾਂ ਮਾਤਾ ਤੋਂ ਵੀ ਰਿਹਾ ਨਹੀਂ ਜਾਂਦਾ। ਬੇਸ਼ੱਕ ਉਹ ਕਿਤਨੇ ਵੀ ਕਾਰੋਬਾਰ ਕਿਉਂ ਨਾ ਕਰਦੀ ਹੋਵੇ, ਉਹ ਜ਼ਰੂਰ ਆ ਕੇ ਗਲੇ ਨਾਲ ਲਾਉਂਦੀ ਹੈ ਸੱਚੇ ਦਿਲੋਂ। ਅਸੀਂ ਦੁਨੀਆ ਦੀ ਹਿਰਸ਼ ਵਾਸਤੇ ਸਾਰੀ ਸਾਰੀ ਰਾਤ ਜਾਗਦੇ ਹਾਂ। ਕੋਈ ਘਰ 'ਚ ਬਿਮਾਰ ਹੋਵੇ, ਕਿੰਨੀਆਂ ਕਿੰਨੀਆਂ ਅਰਦਾਸਾਂ ਕਰਦੇ ਹਾਂ, ਸਾਰੀ ਤਵੱਜੋ ਉਸ ਪਾਸੇ ਲਾ ਦਿੰਦੇ ਹੈ। ਲੇਕਿਨ ਆਪਦੀ ਆਤਮਾ ਦੀ ਕਲਿਆਣ ਵਾਸਤੇ ਉਸ ਪਰਮਾਤਮਾ ਗੁਰੂ ਰੂਪ ਪਰਮਾਤਮਾ ਦੇ ਵਾਸਤੇ ਮਿਲਣ ਵਾਸਤੇ ਸਾਡੇ ਨਾ ਤਾਂ ਕਦੇ ਅੱਖ 'ਚੋਂ ਪਾਣੀ ਗਿਰਿਆ ਹੈ, ਨਾ ਸਾਡੇ ਦਿਲ ਅੰਦਰ ਕਦੇ ਤੜਫ ਹੀ ਉੱਠੀ ਹੈ, ਨਾ ਸਾਨੂੰ ਇਹ ਹੀ ਪਤਾ ਹੈ ਕਿ ਉਹ ਪਰਮਾਤਮਾ ਹੈ ਜਾਂ ਉਸ ਦੇ ਨਾਲ ਕੋਈ ਮਿਲਾਉਣ ਵਾਲਾ ਕੋਈ ਵਿਚੋਲਾ ਵੀ ਹੈ। ਕੋਈ ਐਸੀ ਵੀ ਤਾਕਤ ਹੈ ਜਿਹੜੀ ਦਇਆ ਕਰਦੀ ਹੈ, ਜਿਹੜੀ ਮਿਹਰ ਕਰਦੀ ਹੈ, ਜਿਹਨੂੰ ਰਹਿਮਤ ਦਾ ਸਮੁੰਦਰ ਕਹਿੰਦੇ ਹੈ। ਕਿਸੇ ਨੇ ਉਹਨੂੰ ਗੁਰਦਾਰੀ ਕਹਿਤਾ ਕਿ ਉਹ ਗਿਰਿਆਂ ਨੂੰ ਉਠਾਉਣ ਵਾਲਾ ਹੈ, ਕਿਸੇ ਨੇ ਮੁਰਾਰੀ ਕਹਿ ਦਿੱਤਾ ਕਿ ਉਹ ਮਰੇ ਵਿੱਚ ਜੀਵਨ ਪੈਦਾ ਕਰਦਾ ਹੈ, ਕਿਸੇ ਨੇ ਉਸ ਨੂੰ ਕਿਰਪਾਲ ਕਹਿ ਦਿੱਤਾ ਕਿ ਉਹ ਕਿਰਪਾ ਦਾ ਸਾਗਰ ਹੈ, ਉਹ ਕਿਰਪਾ ਕਰਨ ਵਾਲਾ ਹੈ। ਕਿਸੇ ਨੇ ਉਸ ਨੂੰ ਸਾਵਣ ਕਹਿ ਦਿੱਤਾ ਕਿ ਜਿਵੇਂ ਸਾਵਣ ਦੇ ਵਿੱਚ ਕਾਲੀਆਂ ਘਟਾਂ ਆਉਂਦੀਆਂ ਹਨ, ਬਾਰਿਸ਼ ਹੁੰਦੀ ਹੈ ਰਹਿਮਤ ਦੀ, ਜਲ ਥਲ ਹਰੇਕ ਪਾਸੇ ਹੋ ਜਾਂਦਾ ਹੈ, ਭੁੱਖਿਆਂ ਨੂੰ ਅਨਾਜ ਮਿਲਦਾ ਹੈ, ਪਿਆਸਿਆਂ ਨੂੰ ਪਾਣੀ ਮਿਲਦਾ ਹੈ। ਇਸੇ ਤਰ੍ਹਾਂ ਉਹ ਵੀ ਜਦ ਸੰਸਾਰ ਦੇ ਅੰਦਰ ਆਉਂਦਾ ਹੈ, ਕਿਸ ਤਰ੍ਹਾਂ ਉਹ ਆਪਦੇ ਨਾਮ ਦੀ ਬਾਰਿਸ਼ ਕਰਦਾ ਹੈ, ਕਿਸ ਤਰ੍ਹਾਂ ਆਪਦੇ ਨਾਮ ਦਾ ਉਹ ਸਭ ਨੂੰ ਮਹਾਤਮ ਦੱਸਦਾ ਹੈ। ਸੋ ਪਿਆਰਿਓ, ਜਦ ਅਸੀਂ ਉਹਦੀ ਯਾਦ ਵਿੱਚ, ਉਹਦੀ ਤੜਫ ਦੇ ਅੰਦਰ
रोने हैं चिल्लाने हैं कि असी पापां दे थले दब चुके हैं, तू आपदी मेहर कर, तैथों बगैर सानू कौन उभार दे सकदा है। वो तो भी रिहा नहीं जाता बिना बुलाया। ये साडा जाती तजर्बा है, वो बिना बुलाया आ जाता है। ਉਹਨੂੰ आवाज़ तो असी तां देईए जे वो बोला होवे, ਉਹਨੂੰ ਤਾਂ ਅਸੀਂ ਦਸੀਏ ਜੇ ਉਹਨੂੰ ਦਿਸਦਾ ਨਾ ਹੋਵੇ। ਉਹਨੂੰ ਅਸੀਂ ਦਿਸਦੇ ਵੀ ਹਾਂ, ਉਹ ਸਾਡੀ ਪੁਕਾਰ ਨੂੰ ਸੁਣਦਾ ਵੀ ਹੈ। ਮੈਂ ਪਰਮਾਤਮਾ ਸਾਵਣ ਦੀ ਕਹਾਣੀ ਦੱਸਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਬਾਬਾ ਜੈਮਲ ਸਿੰਘ ਜੀ 500 ਕਿਲੋਮੀਟਰ ਤੋਂ ਜ਼ਿਆਦਾ ਪੈਂਡਾ ਸੀ। ਜਦੋਂ ਐਬਟਾਬਾਦ ਆਪਣੀ ਨੌਕਰੀ ਦੇ ਉੱਤੇ ਹੁੰਦੇ ਸੀਗੇ, ਆਪਣੇ ਸੇਵਕ ਨੂੰ ਕਿਹਾ ਜੋ ਉਹਨਾਂ ਦਾ ਖਾਣਾ ਬੀਬੀ ਰੁਕੋ ਤਿਆਰ ਕਰਦੀ ਸੀ ਕਿ ਅਸੀਂ ਇੱਕ ਆਤਮਾ ਵਾਸਤੇ ਜਾਣਾ ਹੈ, ਤਿਆਰੀ ਕਰ ਲਓ। ਹੁਣ ਤੁਸੀਂ ਦੇਖ ਲਓ ਵੀ ਕਿਤਨੀ ਦੂਰ ਉਹਨਾਂ ਨੇ ਪੈਂਡਾ ਲਾਇਆ ਕਿ ਉਹਨਾਂ ਵਾਸਤੇ ਕੋਈ ਹੋਰ ਰਸਤੇ 'ਚ ਬੰਦਾ ਨਹੀਂ ਮਿਲਿਆ, ਕਿ ਉਹਨਾਂ ਦੇ ਪਾਸ ਹੋਰ ਬੰਦੇ ਨਹੀਂ ਸਨ। ਕਈਆਂ ਨੂੰ ਉਹਨਾਂ ਨੇ ਨਾਮ ਵੀ ਦਿੱਤਾ ਸੀ ਉਦੋਂ ਪਹਿਲਾਂ, ਲੇਕਿਨ ਨਹੀਂ, ਉਹ ਸੰਸਕਾਰੀ ਸੁਰਤ ਉਹਨਾਂ ਦੇ ਨਾਲ ਹੀ ਆਉਂਦੀ ਹੈ ਜਿਨ੍ਹਾਂ ਨੇ ਉਹਨਾਂ ਦੇ ਪਿੱਛੋਂ ਕੋਈ ਉਹਨਾਂ ਦੇ ਕਾਰਜ ਨੂੰ ਅੱਗੇ ਤੋਰਨਾ ਹੈ। ਤਾਂ ਆਪ ਹੀ ਮਹਾਰਾਜ ਜੀ ਕਹਿੰਦੇ ਹੁੰਦੇ ਕਿ ਮੈਂ ਸੜਕ ਤੇ ਕੰਮ ਕਰ ਰਿਹਾ ਸੀ, ਆਪਦਾ ਸਰਕਾਰੀ ਕਾਰੋਬਾਰ ਕਰਾ ਰਿਹਾ ਸੀ, ਸੜਕ ਦੀ ਦੇਖਭਾਲ ਕਰਾ ਰਿਹਾ ਸੀ, ਕਿਉਂਕਿ ਮਹਾਰਾਜ ਜੀ ਇੰਜੀਨੀਅਰ ਸਨ। ਜਦ ਉਹਨਾਂ ਦੇ ਪਾਸ ਦੀ ਲੰਘਣ ਲੱਗੇ, ਬੀਬੀ ਰੁਕੋ ਨੂੰ ਕਹਿਣ ਲੱਗੇ ਕਿ ਅਸੀਂ ਇਸ ਸਰਦਾਰ ਦੀ ਖਾਤਰ ਇੱਥੇ ਆਏ ਹਾਂ। ਉਹ ਕਹਿਣ ਲੱਗੇ ਕਿ ਤੁਹਾਨੂੰ ਤਾਂ ਇਹਨੇ ਕੋਈ ਸਲਾਮ ਦੁਆ ਤੱਕ ਵੀ ਨਹੀਂ ਬੋਲੀ, ਤੋ ਤੁਸੀਂ ਇਤਨਾ ਪੈਂਡਾ ਕਰਕੇ ਆਏ ਹੋ। ਉਹ ਕਹਿਣ ਲੱਗੇ ਅੱਜ ਤੋਂ ਚੌਥੇ ਦਿਨ ਇਹ ਆਪਣੇ ਪਾਸ ਸਤਸੰਗ 'ਚ ਆ ਜਾਏਗਾ। ਇਸ ਵਿਚਾਰੇ ਨੂੰ ਕੀ ਪਤਾ ਹੈ ਕਿ ਮੈਂ ਦੁਨੀਆ ਦਾ ਸੱਚਾ ਪਾਤਸ਼ਾਹ ਉਸ ਰੂਹਾਨੀਅਤ ਦੇ ਤਖਤ ਦੇ ਉੱਤੇ ਬੈਠਣਾ ਹੈ। ਸੋ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਵਾਕਿਆ ਹੀ ਮੈਂ ਉਸ ਵੇਲੇ ਤਾਂ ਇਹ ਸੋਚਦਾ ਸੀ ਕੋਈ ਬੁੱਢਾ ਇੱਥੇ ਕਮਿਸ਼ਨਰ ਦੀ ਕਚਹਿਰੀ ਵਿੱਚ ਆਪਦੇ ਪੈਨਸ਼ਨ ਦੇ ਕਾਗਜ਼ਾਂ ਵਾਸਤੇ ਆਇਆ ਹੋਣਾ ਹੈ। ਲੇਕਿਨ ਚੌਥੇ ਦਿਨ ਮੈਨੂੰ ਕਿਸੇ ਤੋਂ ਦੱਸ ਪਈ, ਉਹ ਕਹਿ ਰਹੇ ਸੀਗੇ ਕਿ ਇੱਕ ਮਹਾਤਮਾ ਪੰਜਾਬ 'ਚੋਂ ਆਏ ਹੈ, ਉਹ ਬੜਾ ਅੱਛਾ ਗੁਰਬਾਣੀ ਦੀ ਵਿਆਖਿਆ ਕਰਦੇ ਹੈ। ਉਹ ਕਹਿਣ ਲੱਗੇ ਕਿ ਮੈਨੂੰ ਬਚਪਨੇ ਤੋਂ ਹੀ ਸ਼ੌਕ ਸੀ ਸਾਧੂ ਸੰਤਾਂ ਮਹਾਤਮਾ ਨੂੰ ਮਿਲਣ ਦਾ। ਮੈਂ ਪਹਿਲਾਂ ਹੀ ਦੱਸਿਆ ਸੀ ਕਿ ਐਸੀ ਆਤਮਾ ਨੂੰ ਬਚਪਨ ਤੋਂ ਹੀ ਇਹ ਖੋਜ ਹੁੰਦੀ ਹੈ, ਤੜਪ ਹੁੰਦੀ ਹੈ। ਉਹ ਇਹ ਸਮਝਦੇ ਆ ਕਿ ਸਾਡਾ ਕੁਝ ਗੁਆਚ ਗਿਆ ਹੈ, ਅਸੀਂ ਉਸ ਨੂੰ ਭਾਲ ਗਏ। ਤੋ ਇਸ ਵਾਸਤੇ ਉਹਨਾਂ ਨੇ ਜਾਣ ਦੀ ਤਿਆਰੀ ਕੀਤੀ। ਉੱਥੇ ਇੱਕ ਸਾਧੂ ਰਹਿੰਦਾ ਸੀਗਾ ਪਦੰਤੀ, ਕਿਉਂਕਿ ਜਗਨਨਾਥ ਦੀ ਯਾਤਰਾ ਉੱਥੋਂ ਲੋਕ ਸ਼ੁਰੂ ਕਰਦੇ ਸਨ। ਆਮ ਤੌਰ 'ਤੇ ਲੋਕ ਸਾਧੂ ਲੋਕ ਉਧਰ ਨੂੰ ਜਾਣ ਵਾਲੇ ਮਿਲਦੇ ਰਹਿੰਦੇ ਸਨ। ਉਹਨਾਂ ਨਾਲ ਹਰ ਰੋਜ਼ ਹੀ ਪਰਮਾਰਥ ਬਾਰੇ ਚਰਚਾ ਵੀ ਹੁੰਦੀ ਰਹਿੰਦੀ ਸੀਗੀ। ਤਾਂ ਉਹ ਕਹਿਣ ਲੱਗਿਆ ਦੇਖੋ ਇਹ ਲੋਕ ਨਾਸਤਕ ਹੁੰਦੇ ਹੈ। ਬਾਬਾ ਜੈਮਲ ਸਿੰਘ ਬਾਰੇ ਕਹਿਣ ਲੱਗੇ ਇਹ ਸਿਰ ਦੇ ਉੱਤੇ ਆਵਾਜ਼ਾਂ ਰੱਖ ਦਿੰਦੇ ਹੈ, ਅੰਦਰੋਂ ਆਵਾਜ਼ ਆਉਂਦੀ ਹੈ। ਮਹਾਰਾਜ ਸਾਵਣ ਸਿੰਘ ਕਹਿਣ ਲੱਗੇ ਦੇਖ ਬਈ ਮੈਂ ਇੰਜੀਨੀਅਰ ਹਾਂ, मैं अच्छी तरह जानता है कि कोई ऐसा आवाजा नहीं कि इंसान के सिर के उत्ते रख दईए आवाज़ वो अंदरों आवे। तो कहते कि जब असी उन्होंने सत्संग विच गए, जितने भी 22 साल के शक शकूक सन, जिमें जिमें उन्हों का सत्संग सुनते गए सब निकलते गए। फिर वो ये भी कहते होंगे सी कि मन जिहड़ा है ये बड़ा धोखेबाज है। मन सब कुछ समझ के ਅੱਖੀਂ ਦੇਖ ਕੇ ਵੀ ਸਿਰ ਹਿਲਾ ਦਿੰਦਾ ਹੈ। ਕਹਿਣ ਲੱਗੇ ਕਿ ਜੀ ਮੈਨੂੰ ਤੁਸੀਂ ਨਾਮ ਤਾਂ ਦੇ ਦਿਓ ਪਰ ਰਾਧਾ ਸੁਆਮੀ ਨਾ ਦਿਓ, ਕਿਉਂਕਿ ਇਹ ਨਵਾਂ ਜਿਹਾ ਲਫ਼ਜ਼ ਮੈਨੂੰ ਮਾਲੂਮ ਹੁੰਦਾ ਸੀ। ਤਾਂ ਉੱਥੇ ਸਾਰ ਬਚਨ ਪੋਥੀ ਪਈ ਸੀ। ਉਹ ਕਹਿਣ ਲੱਗੇ ਪਹਿਲਾਂ ਤਾਂ ਪੁੱਛਦੇ ਆ ਕਿਉਂ ਵੀ ਤੇ ਕੋਈ ਨਿਤਨੇਮ ਕਰਦਾ ਹੈ? ਕਹਿੰਦਾ ਹਾਂ ਜੀ मैं जपजी साहब जाप साहब पढ़ता है। तो कहते गुरु गोबिंद सिंह जी महाराज ने कितने क नाम ਉਹਦੇ ਵਿੱਚ ਉਚਾਰੇ है। कहते जी पक्का तो याद नहीं पर हो सकता है 1400-1500 नाम उचारे होण। ਉਹ ਕਹਿੰਦੇ जद ਉਹਨਾਂ ਨਾਲ तेरा कोई ਇਤਰਾਜ਼ नहीं गा
ਤੇ ਜੇ ਅਗਰ ਸਵਾਮੀ ਜੀ ਨੇ ਆਪਣੇ ਪਿਆਰ ਵਿੱਚ ਆ ਕੇ ਇੱਕ ਰਾਧਾ ਸਵਾਮੀ ਨਾਮ ਰੱਖ ਦਿੱਤਾ, ਤੈਨੂੰ ਇਹਦੇ ਨਾਲ ਕਿਉਂ ਇਤਰਾਜ਼ ਹੈ? ਫਿਰ ਕਹਿੰਦੇ ਆ ਪੋਥੀ ਪੜ੍ਹ, ਇਹਦੇ ਵਿੱਚ ਕੀ ਲਿਖਿਆ ਹੈ। ਉੱਥੇ ਸੀ राधा आद सुरत का नाम, स्वामी शब्द वसे निज धाम, सुरत शब्द दोए राधा स्वामी, दोने नाम एक कर जाने। स्वामी जी महाराज का नाम तो शेठ शिवदयाल सिंह सीगा, उन्हें धर्म पत्नी का नाम माता नारायण देवी सीगा। राधा आत्मा नूं कहा है, स्वामी उस परमात्मा नूं कहा है। सारिया ही संतां ने उस परमात्मा नूं स्वामी स्वामी करके बयान किया है, ते स्वामी जी महाराज ने ਉਹ ਆਤਮਾ ਦਾ ਸਵਾਮੀ ਕਰਕੇ ਬਿਆਨ ਕਰ ਦਿੱਤਾ। ਉਹ ਕਹਿਣ ਲੱਗੇ ਇਹ ਉਹਨਾਂ ਦੀ ਬੜੀ ਆਪਣੀ ਹੀ ਦਇਆ ਸੀ। ਇਸੇ ਤਰ੍ਹਾਂ ਪਰਮਾਤਮਾ ਕਿਰਪਾਲ ਬਚਪਨ ਤੋਂ ਆਪਦੀ ਖੋਜ ਵਿੱਚ ਸਨ, ਲੇਕਿਨ 7 ਸਾਲ ਉਹਨਾਂ ਦੇ ਅੱਗੇ ਪਹਿਲਾਂ ਹੀ ਉਹਨਾਂ ਦੇ ਗੁਰੂ ਦੇਵ ਅੰਦਰ ਆਉਣ ਲੱਗ ਪਏ। ਇਹ ਖੁਦ ਹੀ ਉਹ ਦੱਸਦੇ ਹੁੰਦੇ ਸਨ ਕਿ ਕਿਸ ਤਰ੍ਹਾਂ ਉਹ ਸਾਡੇ ਅੰਦਰ ਆਉਣ ਲੱਗੇ। ਤੇ ਕਹਿੰਦੇ ਕਿ ਸਾਨੂੰ ਦਰਿਆਵਾਂ ਦੀ ਸੈਰ ਕਰਨ ਦਾ ਬੜਾ ਸ਼ੌਕ ਸੀਗਾ। ਸਾਰੇ ਦਰਿਆਵਾਂ ਦੀ ਸੈਰ ਕੀਤੀ। ਇੱਕ ਦਿਨ ਦਿਲ 'ਚ ਖਿਆਲ ਆਇਆ ਕਿ ਬਿਆਸ ਦਰਿਆ ਨੂੰ ਵੀ ਦੇਖੀਏ। ਇੱਥੇ ਆਏ ਤੇ ਇੱਕ ਸਟੇਸ਼ਨ ਮਾਸਟਰ ਬਾਊ ਬੂਆ ਦਾਸ ਸੀਗੇ। ਉਹ ਅੱਛਾ ਪ੍ਰੇਮੀ ਸੀਗਾ, ਮਹਾਰਾਜ ਦਾ ਨਾਮ ਲੇਵਾ ਸੀਗਾ। ਉਹ ਅੱਛੀ ਤਰ੍ਹਾਂ ਸਮਝਦਾ ਸੀ ਮਹਾਰਾਜ ਸਾਵਣ ਸਿੰਘ ਨੂੰ। ਉਹਨੇ ਪੁੱਛਿਆ ਕਿ ਵੀ ਦਰਿਆ ਨੂੰ ਕਿਹੜਾ ਰਸਤਾ, ਕੋਈ ਡੰਡੀ ਜਾਂਦੀ ਹੈ ਇੱਥੋਂ? ਉਹ ਬੜਾ ਝੱਟ ਦੇਣੇ ਕਹਿਣ ਲੱਗਿਆ ਕਿ ਤੂੰ ਸੰਤਾਂ ਕੋਲੇ ਜਾਣਾ ਹੈ? ਮੈਂ ਪੁੱਛਿਆ ਵੀ ਇੱਥੇ ਸੰਤ ਵੀ ਰਹਿੰਦੇ ਆ? ਉਹ ਕਹਿੰਦੇ ਹਾਂ, ਆਓ ਜਿਹੜੀ ਜਗ੍ਹਾ ਹੈ ਸਾਹਮਣੇ ਡੇਰਾ ਹੈ ਉਹ ਨਾ ਸੰਤਾਂ ਦਾ ਹੀ ਹੈ। ਕਹਿਣ ਲੱਗੇ ਦਿਲ 'ਚ ਖਿਆਲ ਆਇਆ ਵੀ ਏਕ ਪੰਥ ਦੋ ਕਾਜ, ਦਰਿਆ ਦੀ ਵੀ ਸੈਰ ਹੋ ਜਾਏਗੀ ਤੇ ਸੰਤਾਂ ਦੇ ਵੀ ਦਰਸ਼ਨ ਹੋ ਜਾਣਗੇ। ਜਦ ਗਏ ਅੱਗੇ ਉਹ ਜੋ 7 ਸਾਲ ਦੇ ਵਿੱਚ ਅੰਦਰ ਆ ਰਿਹਾ ਸੀਗਾ, ਉਹਨਾਂ ਨੇ ਕਿਰਪਾ ਕੀਤੀ। ਉਹਨਾਂ ਨੂੰ ਪਛਾਣਨਾ ਕੀ ਮੁਸ਼ਕਿਲ ਹੈ ਜਿਹਨੂੰ ਤੁਸੀਂ ਰਾਤ ਨੂੰ ਦੇਖਦੇ ਹੋ। ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਇਤਨਾ ਵਕਤ ਕਿਉਂ? ਉਹ ਕਹਿੰਦੇ ਆਹ ਹੀ ਵਕਤ ਮੁਨਾਸਿਬ ਸੀਗਾ। ਤੋ ਇਸੇ ਤਰ੍ਹਾਂ ਇਹ ਗਰੀਬ ਆਤਮਾ ਜੋ ਤੁਹਾਡੇ ਅੱਗੇ ਬੈਠੀ ਹੈ, ਐਸਾ ਹੀ ਹਾਲਤ ਮਹਾਰਾਜ ਕਿਰਪਾਲ ਨੇ ਇਹਦੇ ਨਾਲ ਕੀਤੀ। ਮੈਨੂੰ ਨਾ ਨਿੰਦਿਆ ਵਾਲਾ ਮਿਲਿਆ, ਨਾ ਉਹਨਾਂ ਦੀ ਵਡਿਆਈ ਕਰਨ ਵਾਲਾ ਮਿਲਿਆ। ਇਹ ਹੁਣ ਅਸੀਂ ਖੁਦ ਸੋਚ ਕੇ ਦੇਖ ਸਕਦੇ ਹਾਂ। ਅਸੀਂ ਕਹਿ ਦਿੰਦੇ ਹਾਂ ਕਿ ਸੰਤ ਦਿਲਾਂ ਦੀਆਂ ਨਹੀਂ ਜਾਣਦੇ। ਨਹੀਂ, ਅਗਰ ਅਸੀਂ ਅੰਦਰ ਜਾਈਏ ਤਾਂ ਫਿਰ ਪਤਾ ਲੱਗਦਾ ਹੈ। ਕੋਈ ਸੇਵਕ ਮਹਾਰਾਜ ਕਿਰਪਾਲ ਨੂੰ ਮੇਰੇ ਆਸ਼ਰਮ ਦੇ ਅੰਦਰ ਮਿਲਿਆ, ਕੋਈ ਲੜਕੀ ਸੀ। ਉਹ ਕਹਿਣ ਲੱਗੀ ਕਿ ਜੀ ਤੁਸੀਂ ਜਾਣਦੇ ਤਾਂ ਸਾਰਾ ਕੁਛ ਹੋ, ਤੁਸੀਂ ਅੰਤਰਜਾਮੀ ਹੋ, ਸਭ ਕੁਛ ਹੋ। ਮਹਾਰਾਜ ਜੀ ਕਹਿਣ ਲੱਗੇ ਅੱਛਾ ਚੱਲ ਮੈਂ ਤਾਂ ਜਾਣਦਾ ਹੋਇਆ, ਤੂੰ ਦੱਸ, ਮੈਂ ਤੇਰੇ ਮੂੰਹੋਂ ਸੁਣ ਕੇ ਹੀ ਤੇਰੀ ਗੱਲ ਦਾ ਜਵਾਬ ਦੇਵਾਂਗਾ। ਕਿਉਂਕਿ ਸੰਤ ਪੜਦਾ ਪੋਸ਼ ਹੁੰਦੇ ਹੈ, ਉਹ ਇਹ ਐਸੀਆਂ ਗੱਲਾਂ ਨਹੀਂ ਕਦੇ ਕਰਦੇ, ਮੋਝੇ ਨਹੀਂ ਦਿਖਾਉਂਦੇ ਗੇ। ਤੋ ਇਸ ਵਾਸਤੇ ਉਹ ਕਹਿਣ ਲੱਗੇ, ਉਹਨੇ ਆਪਦੀ ਹਾਲਤ ਦੱਸੀ, ਲੇਕਿਨ ਉਹ ਜਾਣਦੇ ਸਾਰਾ ਕੁਛ ਹੀ ਹੈ। ਆਪਣਾ ਸੇਵਕ ਭੇਜਿਆ ਕਿ ਤੂੰ ਜਾ, ਉਹ ਘਰੇ ਰਹਿਣ। 500 ਕਿਲੋਮੀਟਰ ਉਹ ਵੀ ਚੱਲ ਕੇ ਆਏ। ਮੇਰਾ ਆਸ਼ਰਮ 500 ਕਿਲੋਮੀਟਰ ਹੀ ਹੈ ਦਿੱਲੀ ਤੋਂ। ਉੱਥੋਂ ਚੱਲ ਕੇ ਆਏ, ਆਪਦਾ ਸੇਵਕ ਭੇਜਿਆ ਕਿ ਉਹਨਾਂ ਨੂੰ ਕਹੋ ਘਰੇ ਰਹਿਣ। ਮੈਂ ਇੱਥੋਂ ਲਾਲਾ ਜੀ ਨੂੰ, ਅਜੀਤ ਸਿਉਰਾ ਨੂੰ ਸੰਦੇਸ਼ ਭੇਜਿਆ ਕਿ ਮੈਂ ਸੁਣਿਆ ਕਿ ਮਹਾਰਾਜ ਨੇ ਆਉਣਾ ਹੈ, ਆਓ ਬਈ। ਕੌਣ ਮਹਾਰਾਜ ਹੈ, ਦਰਸ਼ਨ ਕਰੀਏ। ਮੈਂ ਇਹ ਵੀ ਦੱਸਦਾ ਹੁੰਦਾ ਕਿ ਤਿਆਰੀ ਤਾਂ ਕਦੇ ਦੀ ਹੋ ਰਹੀ ਸੀ ਅੰਦਰੋਂ ਅੰਦਰੀ, ਉਹ ਖੁਦ ਹੀ ਕਰਾਉਣ ਵਾਲੇ ਸੀ। ਜਦ ਉਹ ਆਏ, ਦਰਸ਼ਨ ਹੋਏ, ਅੱਖਾਂ ਚਾਰ ਹੋਈਆਂ। ਜੋ ਬਚਪਨੇ ਦੀ ਦਿਲ ਅੰਦਰ ਗਰਮੀ ਸੀ, ਤੜਫ ਸੀ, ਤਾਂਘ ਸੀ, ਉਹ ਇਸ ਤਰ੍ਹਾਂ ਜਿਵੇਂ ਤੇਜ਼ ਆਂਧੀ ਪਿੱਛੋਂ ਬਾਰਿਸ਼ ਆਉਂਦੀ ਹੈ, ਖਾਮੋਸ਼ੀ ਆਛਾ ਜਾਂਦੀ ਹੈ ਔਰ ਬੜਾ ਸੁਹਾਵਣਾ ਮੌਸਮ ਹੁੰਦਾ ਹੈ। ਉਹ ਮੇਰੀ ਆਤਮਾ ਵਾਸਤੇ ਐਸਾ ਹੀ ਮੌਸਮ ਸੀਗਾ, ਐਸਾ ਹੀ ਟਾਈਮ ਸੀਗਾ। ਇਹ ਉਹਨਾਂ ਦੀ ਖਾਸ ਦਇਆ ਸੀ। ਫਿਰ ਤੁਹਾਨੂੰ ਪਤਾ ਹੀ ਹੈ ਕਿ
गुरु सिख का जो मिलाप है वो जां तो सिख जानता है या गुरु जानता है कि वो मिलाप कैसा है, वो किस तरह है। मैं ये दसदा हुंदा जिथे सिख नूं गुरु भागां नाल मिलदा है तो गुरु नूं भी शिष्य भागां नाल ही मिलदा है। शिष्य असीं सारे हुंदे हैं, जिम्मेवारी उन्हें सारियां दी लई है। जिन्हों नाम दिता है ओदी उन्हें रखवाली भी करनी है, ओदी आत्मा ते रहम भी करना है। लेकिन बहादुर कौन है? जो उन्हां दे जीवन काल विच ही पूर्ण हो जाए, उन्हां दी दया लैके मेहनत करके। दोने चीज़ां बराबर चलदियां, मेहनत और गुरु दी दया। बच्चा पढ़ेगा तो टीचर जरूर उधर तवज्जो दे देगा, जे बच्चा नहीं पढ़ेगा टीचर की करेगा। तो मैं दसदा हुंदा कि सच्चे शिष्य दा गुरु दे पास जाना किस तरह है, जिवें खुश्क बरूद नूं अग्नि दे अगे कर देगे। इसे तरह गुरु पूरा होवे, शिष्य भी पूरा होवे तो फिर टाइम नहीं लगदा गा। जे लंप साडी पहला तैयार है, उहदे विच तेल भी है, उहदे विच बत्ती भी है, तो दिया सलाई भी तैयार है। सिर्फ तीली दिखाउण दी जरूरत हुंदी है, फौर उत्थे प्रकाश हो जाता है। जे अजे लंप दे पुरजे ठीक नहीं, तेल भी साडे पास नहीं, दिया सलाई भी नहीं, सारा कुछ असीं समान लियाउणा है तो उस ते टाइम लगता है। सो साडी भी ये हालत हुंदी है, अगर असीं तैयार होइए तो परमात्मा सावण कृपाल जैसा गुरु मिल जावे तो फिर सोने ते सुहागा है। इस वास्ते जिहड़ा असीं धन्नवाद उहदा हर रोज करते हैं, सच्चा धन्नवाद तो अंदर जाके है। जो महात्मा अंदर गए उन्होंने यही कहा कि मैं सारी धरती का कागज कर ला, सारी बनस्पति की मैं कलम बना लवां, सारे समुद्रां की शाही बना लवां, जे मैं आपदे गुरु की महिमा लिखां तो लिख नहीं सकता। पूरे संत नूं, पूरे गुरु नूं बाहरों पछाण सकना बड़ा ही मुश्किल हुंदा है, क्योंकि उन्हां दे कोई बोर्ड नहीं लाया हुंदा मत्थे दे विच भी ये पूरा है या ये अधूरा है। हाँ, ये जरूर है संसार दे विच जिथे पूरे का जिक्र आउंदा उत्थे अधूरा भी है। अधूरा किहनूं कहिंदे है कि जो गुरु नानक ने कहा, चूहा खड ना मावी तिकल बद्दा छज। चूहा खुद खुड च वड़दा ना होवे, पिछे एक छज होर बन ले। आप नूं कुछ दिसदा ना होवे, आपने भजन सिमरन ना कीता होवे, संगत दा छज होर पिछे बन लवे। जो डुबुंदे आप से तारे किनखे, तरंदड़ो भी तार नानक पिरसे वरत्या। कोई तरया ही तार सकता है, पढ़िया ही पढ़ा सकता है। महाराज कृपाल ने सदा ही कहा कि लाहौर विच मिसाल दिंदे ने गूंगे पहलवान दी कि वो सारी सारी रात कसरत करता सीगा, तद वो दुनिया च मशहूर होया। तो सब संतां ने गुरु नानक दी इश्टी पढ़ो, 11 साल उन्हें ठिकरियां रोड़ां दी छेजा की कि उन्हां दे पास बिस्तरे नहीं सन, लेकिन इस तरह भी ठिकरियां रोड़ां दियां सानू छेज नहीं बना लेनी चाहिए। मेरे पास भगत जी रहिंदे सन, उन्होंने सारे जानते हैं। उसने ठिकरियां रोड़ता विछा ले, उत्ते बोरी भी विछा दी, लेकिन अभ्यास उन्हें कसम भी नहीं भन्नी सी कदे। वो भी दिखावा माड़ा हुंदा है। मैं सदा वास्ते उन्होंने सत्संग च भी उहदे सामने शब्द बोलदा हुंदा है, लोक डरावण कार ने तै पेख बनाया, बिन उद्यम टुकड़ा खावना बाबा नाम तराया। वो गिटियां तक चोला पा के रखदा सी पगमा। वो भी फायदा नहीं, उसनूं की कहंदे अधूरा। तो आप कहण लगे जो संत है पूरे है वो परमात्मा रूप हुंदे है,
ਉਹ ਕਿਸੇ ਤੇ ਬੋਝਾ ਨਹੀਂ ਬਣਦੇਗੇ। ਉਹ ਸੰਸਾਰ ਦੇ ਅੰਦਰ ਸਦਾ ਹੀ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਨਗੇ, ਖੇਤੀ ਕਰਨ, ਮਜ਼ਦੂਰੀ ਕਰਨ। ਸੇਵਕ ਦਾ ਇਹਦੇ ਵਿੱਚ ਕੀ ਇਤਰਾਜ਼ ਹੈ? ਅਗਰ ਉਹ ਆਪਣੀ ਕਿਰਤ ਮਜ਼ਦੂਰੀ ਕਰਦਾ ਹੈ ਜਾਂ ਉਹ ਖੇਤੀ ਕਰਦਾ ਹੈ ਜਾਂ ਨੌਕਰੀ ਕਰਦਾ ਹੈ, ਲੇਕਿਨ ਸੰਗਤ ਦਾ ਪੈਸਾ ਉਹਦੇ ਵਾਸਤੇ ਇੱਕ ਜ਼ਹਿਰ ਹੁੰਦਾ ਹੈ। ਮੈਂ ਮਹਾਰਾਜ ਸਾਵਣ ਦੀ ਮਿਸਾਲ ਦਿੰਦਾ ਰਿਹਾ ਕਿ ਉਹਨਾਂ ਨੇ ਲੰਗਰ ਦਾ ਸੌਂਫ ਤੱਕ ਵੀ ਰਾਤ ਨੂੰ ਪੇਟ ਦੁਖਦਾ ਸੀ, ਖਾਧੀ ਨਹੀਂ ਸੀ। ਉਹ ਕਹਿੰਦੇ ਕਿ ਤੁਹਾਡੇ ਵਾਸਤੇ ਤਾਂ ਇਹ ਅੰਮ੍ਰਿਤ ਹੈ, ਲੇਕਿਨ ਮੇਰੇ ਵਾਸਤੇ ਜ਼ਹਿਰ ਹੈ। ਉਹ ਸਿੱਖਾਂ ਵਾਸਤੇ ਲੰਗਰ ਹੁੰਦਾ ਹੈ। ਇਸ ਵਾਸਤੇ ਉਹ ਕਿਸੇ ਤੇ ਬੋਝਾ ਨਹੀਂ ਬਣਦਾ ਗਾ। ਉਹ ਨਿਮਰਤਾ ਦਾ ਪੁੰਜ ਹੁੰਦਾ ਹੈ। ਉਹ ਕਿਸੇ ਦਾ ਦੁੱਖ ਦੇਖ ਕੇ ਸਹਾਰ ਨਹੀਂ ਸਕਦਾ ਗਾ। ਉਹ ਮਿੱਠ ਬੋਲੜਾ ਹੁੰਦਾ ਹੈ। ਉਹ ਸਦਾ ਦਇਆ ਕਰਨ ਜਾਣਦਾ ਹੈ। ਉਹਦੇ ਬਚਨ ਮੱਲੋ ਮੱਲੀ ਸਾਡੇ ਦਿਲ ਦੇ ਵਿੱਚ ਘਰ ਕਰਦੇ ਜਾਂਦੇ ਹੈ। ਔਰ ਉਹ ਪੂਰਨ ਹੋ ਚੁੱਕਿਆ ਹੁੰਦਾ ਹੈ। ਪੂਰਨ ਦੇ ਨਾਲ ਲੱਗ ਕੇ, ਪੂਰਨ ਉਹ ਪਰਮਾਤਮਾ ਹੈ, ਉਹਦਾ ਗੁਰੂ ਹੈ ਜਿਸ ਨੇ ਉਸ ਨੂੰ ਪੂਰਨ ਬਣਾਇਆ ਹੁੰਦਾ ਹੈ। ਉਹ ਹਉਮੈ ਹੰਕਾਰ ਦੇ ਵਿੱਚ ਨਹੀਂ ਆਉਂਦਾ ਗਾ। ਹਉਮੈ ਤੋਂ ਉੱਪਰ ਉੱਠਿਆ ਹੁੰਦਾ ਹੈ। ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਗਾ। ਉਹ ਕੋਈ ਹੰਕਾਰ ਨਹੀਂ ਕਰਦਾ ਗਾ। ਦੁਨੀਆ ਦੇ ਵਿੱਚ ਵੱਡਾ ਬਣ ਕੇ ਨਹੀਂ ਦਿਖਾਉਂਦਾ ਗਾ। ਸੱਚਾਈ ਤਾਂ ਇਹ ਹੈ ਕਿ ਉਹ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ। ਉਹ ਕਹਿੰਦਾ, ਦੇਖੋ ਪਿਆਰਿਓ, ਮੈਥੋਂ ਸਾਰੇ ਹੀ ਚੰਗੇ ਹੈ। ਅਗਰ ਕੋਈ ਨੀਵਾਂ ਹੈ, ਛੋਟਾ ਹੈ, ਤਾਂ ਮੈਂ ਹੀ ਹੈ। तो कहने का भाव मेरा इतना ही है कि उस दयालु परमात्मा कृपाल ने इस गरीब आत्मा की पुकार सुनी, अपना घर छड्या, अपना देश छड्या, अपना पेट छड्या। मैं एक शब्द दे विच लिखिया भी है, कूक सुनी जद जैव दी गई कलेजा चीर, आसन छोड़ सतसंग दा आया कृपाल अखीर। अगर सेवक दे दिल अंदर सच्ची पुकार है, सच्ची तड़फ है, कोई ताकत नहीं कि उस गुरु नूं रोक सके। कोई ऐसी दीवार नहीं, कोई ऐसी दूरी नहीं कि जिहड़ी उस नूं रोक सके। जद मैं पहले टूर ते गया उस टाइम अमरीका दे अंदर मैं बड़े प्यार नाल दस्सिया कि मैं अपना कोई मिशन लैके नहीं आया, ना मेरा कोई मिशन है ही। मिशन है वो सावण कृपाल दा है। मैं थोड़े पास ओदा संदेश लेके आया, मैं संदेश च ही आया। सिर्फ मैं इन्ना ही दसना चाहुंदा कि वो गुरु दे परमात्मा कृपाल की सी, वो की देना चाहुंदा सीगा। किवें उन्हें दोनों हत्थां नाल 25 साल दात लुटाई। उन्हें कहा देने वाले दा कसूर नहीं, मसला लैण वाले दा है। असी की मंगते हैं, कोई कहता मैं मेरा बीमारी दूर होवे, कोई कहता बेरोजगारी दूर होवे। कोई कुछ मंगता है, कोई कुछ मंगता है, लेकिन रब तो रब मंगण वाला, गुरु तो गुरु मंगण वाला कोई विरला भाग वाला होएगा। मैं सदा ही उस दे अगे खड़ के, ये मेरी पहली मुलाकात सी जदों कहा कि सच्चे पातशाह मेरा बचपने तो दिल दिमाग खाली है, मैं नहीं कह सकता कि मैं तेथों की मंगा या तेनों की कवां। वो दयालु गुरु ने हंस के यही कहा कि मेरे पास बड़े ही दिमागी पहलवान है, दिमागी कुश्ती करने वाले बहुत है, मैं सिर्फ खाली जगह देख के आया है। वो खाली जगह भालदे फिरदे है, फिर कहंदे सी कोई इंसान बने, भगवान उहदी तलाश विच है। मैं आह ही बाहर संसार विच दसण वास्ते गया सीगा। मैं हुण भी जे संसार दे विच जाना तो मेरा इहो ही संदेश है। मैं इस नूं वार वार दोहराउणा है कि वो परमात्मा कृपाल दा जो दरबार है वो सदा खुला है। वो अज भी उन्नी दया करदा है जिन्नी कि किसी वक्त वो देह विच आके करदा सीगा। मसला है कि असीं उहदी दया दे किन्ने क पात्र हैं, असीं किन्ना क बर्तन बना लिया है। बुल्ले शाह ने कहा कि वो प्रभ साडा सखी है, असीं सेवा करनी असूम,
वो सखी है देने वाला। असी सेवा की भजन सिमरन की तरफों सूम होए बैठे हैं, कंजूस होए बैठे हैं। हजार बहाना मन कटदा है जे अभ्यास बैठना है तां। सो इस वास्ते आप प्यार ना कहते हैं कि ऐसे महात्मा संसार दे विच सदा आउंदे है, उन्हां बगैर संसार कदे खाली नहीं रहिंदा गा। लेकिन असी उन्हां नूं उदों ही परख सकते हैं जदों साडे अंदर विवेक बुद्धि पैदा हुंदी है। जिस तरह हंस की चुंझ दे अंदर ये तशीर हुंदी है, उहदी बनावट ही ऐसी हुंदी है कि दुध और पानी नूं अलग अलग कर लैंदा है। इसे तरह ऐसी आत्मा दे अंदर भी ऐसी कुसवट्टी हुंदी है कि वह सच्चे झूठे की फौरन परख कर लैंदा है। मैं ये भी दसदा है कि जब ऐसा शिष्य किसी पखंडी गुरु के कोले जा वड़दा है तो वह दूरों भजदा है कि हुण ये आ गया। पूरे शिष्य दे अगे पूरा गुरु ही टिकेगा। ये गल्लां दा मजबून नहीं, ये करनी दा मजबून है, देखण दा मजबून है। लेकिन साडे उत्ते प्रभाव की पैंदा। कबीर साहब ने कहा सीगा, फुट्टी अख बबेक बबेक की, लिखे न संत असंत। साडे अंदरों विवेक बुद्धि नहीं, जिस वास्ते सानू संत और असंत का ज्ञान नहीं गा। जहां के संग 10-20 है ता का नाम महंत। अज जमाना है जिहदे पासी काफी लोग इकट्ठे है, उन्होंने असीं कहने ये पूरा है। नहीं, महाराज सावण सिंह ने ऐसियां कहानियां सानू बचपने दे विच बहुत सारियां सुनाइयां कि इकट्ठ का यह सबूत नहीं कि पूरा संत है। फिर वो कहते होंगे हरिद्वार दे विच कोई महात्मा नहीं, इकट्ठ उत्थे कितना हुंदा है। वो कहते ये ना देखो कि उस स्कूल दे अंदर बच्चे ज्यादा पढ़ते हैं, नहीं ये देखो कि किस स्कूल अंदर बच्चे पास ज्यादा हुंदे हैं। सो इस वास्ते वो कहते होंगे सी जे ज्यादा किसी कोई सत्संगी है तो किसी नूं ज्यादा कोई शांति नहीं आएगी। फिर वो कहते जे ये सोचिए कि सारे सिख हो जान तो फिर शांति आ जाएगी, या सारे मुसलमान हो जान तो फिर किहड़ा शांति आ जाएगी। शांति तो नाम विच है, भजन सिमरन दे विच है। सो इस वास्ते असी गौर नाल सुनना है। छोटा जिहा शब्द गुरु नानक देव जी महाराज दा सुनो। सोरठ मोहल्ला पहला पन्ना 598। जिस जल निध कारण तुम जागे आए, सो अमृत गुर पाही जियो। जिस जल निध कारण तुम जागे आए, सो अमृत गुर पाही जियो। हुण असीं इस वस्तु नूं जिस नूं किसी जगह गुरु नानक ने अमृत कहा, किते अकथ कथा कहा है, किसी महात्मा ने इस जिंदगी का पानी करके भी बयान किया है, मुसलमान इस नूं आबे हयात कह के भी बयान करते हैं। इहदी भाल विच दुनिया ने कोई कसर नहीं छड्डीगी। मैं अपनी जिंदगी दे अंदर भी भगमे भी पाए, धूणियां भी तपाइयां, ना मैनू मसीत ना करना रही मेरी जिंदगी च, ना शवाले नाल, ना मैनू किसी मंदिर ना गुरुद्वारे ना। मैं ये भी सदा दसदा रहा कि मैं जिथे जिथे गया जिहदे कोले अगर कोई सी उसने मैथे लुकाउण दी कोशिश नहीं की, क्योंकि मैं सच्चे दिलों जाके उहदे अगे बेनती करदा सीगा। जे किसी कोले कुछ नहीं तो उन्हें यह भी कहा कि बई मेरे पास ये चीज़ नहीं। मैं सदा ही दसदा हुंदा कि मैं कदे किसी की आलोचना नहीं की, ये मेरे विच खास सी। तो इस वास्ते कादे वास्ते सी? सिर्फ इस अमृत की बूंद की खातर। लोग कन्न पड़ा लेंदे आ। मैं दसदा हुंदा
ਉਹਦੇ ਦਰਸ਼ਨ ਦੀ ਖਾਤਰ, ਇਸ ਬੂੰਦ ਦੀ ਖਾਤਰ ਲੱਖਾਂ ਲੋਕ ਫਕੀਰ ਹੋ ਜਾਂਦੇ ਆ, ਘਰ-ਬਾਰ ਛੱਡ ਕੇ ਜੰਗਲਾਂ 'ਚ ਡੇਰੇ ਲਾ ਲੈਂਦੇ ਆ, ਸੁੱਕ ਕੇ ਅੰਨ ਘਟਾ ਲੈਂਦੇ ਆ, ਮੂੰਹ ਦਾ ਸਵਾਦ ਖਰਾਬ ਕਰ ਲੈਂਦੇ ਆ, ਹਰੜ ਦੀ ਤਰ੍ਹਾਂ ਹੋ ਜਾਂਦੇ ਆ। ਲੇਕਿਨ ਬਾਹਰੋਂ ਇਹ ਚੀਜ਼ ਕਿਸੇ ਨੂੰ ਮਿਲਦੀ ਨਹੀਂ। ਇਹ ਉੱਥੋਂ ਹੀ ਮਿਲਦੀ ਹੈ ਕਿ ਜਿਹਦੇ ਇਹ ਪਾਸ ਹੈ। ਲੋਕ ਕੰਨ ਪੜਾ ਲੈਂਦੇ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਤੁਹਾਨੂੰ ਜਿਸ ਅੰਮ੍ਰਿਤ ਦੀ ਬੂੰਦ ਦੀ ਖੋਜ ਹੈ, ਜਿਹਦੇ ਨਾਲ ਤੁਹਾਡੀ ਆਤਮਾ ਨੂੰ ਸ਼ਾਂਤੀ ਆਏਗੀ, ਅਮਰ ਹੋਏਗੀ। ਅੰਮ੍ਰਿਤ ਉਸ ਚੀਜ਼ ਨੂੰ ਕਿਹਾ ਹੈ ਜਿਹਨੂੰ ਪੀ ਕੇ ਅਮਰ ਹੋ ਜਾਈਏ। ਉਸ ਦੀ ਗੁਰੂ ਨਾਨਕ ਨੇ ਮਹਿਮਾ ਕਰੀ ਹੈ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਮਨ ਸੁੱਕਾ ਹਰਿਆ ਹੋਏ ਰਾਮ। ਜਨਮਾਂ ਜਨਮਾਤਰਾਂ ਦੇ ਅੰਦਰ ਸਾਡਾ ਮਨ ਵਿਸ਼ੇ ਵਿਕਾਰਾਂ ਦੇ ਨਾਲ ਖੁਸ਼ਕ ਹੋ ਗਿਆ, ਸੁੱਕ ਗਿਆ। ਜਦ ਤੱਕ ਇਹਨੂੰ ਨਾਮ ਦਾ ਅੰਮ੍ਰਿਤ ਨਹੀਂ ਮਿਲਦਾ, ਇਹ ਉਸੇ ਹਾਲਤ ਵਿੱਚ ਨਹੀਂ ਹੋ ਸਕਦਾਗਾ। ਤੋ ਸਤਿਗੁਰੂ ਖੁਦ ਵੀ ਨਾਮ ਦਾ ਰਸ ਪੀਂਦਾ ਹੈ, ਉਹ ਵਿਸ਼ੇ ਵਿਕਾਰਾਂ ਦਾ ਰਸ ਨਹੀਂ ਪੀਂਦਾਗਾ। ਜਿਸ ਤਰ੍ਹਾਂ ਹੰਸ ਪਾਣੀ ਨਹੀਂ ਪੀਂਦਾ, ਉਹ ਦੁੱਧ ਪੀਂਦਾ ਹੈ, ਉਹ ਵੀ ਨਾਮ ਦਾ ਰਸ ਪੀਂਦਾ ਹੈ, ਵਿਸ਼ੇ ਵਿਕਾਰਾਂ ਦੇ ਰਸ ਤੋਂ ਉੱਪਰ ਹੁੰਦਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਹੈ ਕਿ ਜਿਸ ਚੀਜ਼ ਦੀ ਤੁਹਾਨੂੰ ਖੋਜ ਹੈ, ਉਹ ਨਾ ਤੁਹਾਨੂੰ ਜੰਗਲਾਂ 'ਚੋਂ ਮਿਲਣਾ ਹੈ, ਨਾ ਪਹਾੜਾਂ 'ਚੋਂ ਮਿਲਣਾ ਹੈ, ਨਾ ਕੋਈ ਖਾਸ ਕਿਸਮ ਦਾ ਭੇਸ ਧਾਰਨਾ ਮਿਲਣਾ ਹੈ। ਉਹ ਕਿਸੇ ਪੂਰੇ ਮਹਾਤਮਾ ਕੋਲੇ ਜਾਓ, ਉਹ ਤੁਹਾਨੂੰ ਦੱਸੇਗਾ ਕਿ ਕਿਸ ਤਰ੍ਹਾਂ ਤੁਹਾਡੇ ਅੰਦਰ ਉਹ ਅੰਮ੍ਰਿਤ ਹੈ। ਸਾਡੇ ਸਰੀਰ ਦੀਆਂ ਦੋ ਮੰਜ਼ਿਲਾਂ ਹਨ, ਇੱਕ ਅੱਖਾਂ ਤੋਂ ਨੀਚੇ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਨੀਚੇ ਵਾਲੇ ਭਾਗ ਦੇ ਕਹਿੰਦੇ ਕਿ 9 ਦਰਵਾਜ਼ੇ ਹੈ, 9 ਸੁਰਾਖ ਹੈ। 2 ਅੱਖਾਂ ਦੇ ਸੁਰਾਖ ਹੈ, 2 ਕੰਨ ਦੇ ਸੁਰਾਖ ਹੈ, ਮੂੰਹ ਦੇ ਸੁਰਾਖ ਹੈ, ਨੱਕ ਦੇ 2 ਸੁਰਾਖ ਹੈ, ਹੇਠ 2 ਇੰਦਰੀਆਂ ਦੇ ਸੁਰਾਖ ਹੈ। ਇਹਨਾਂ ਵਿੱਚ ਜਿੰਨੇ ਵੀ ਰਸ ਹੈ, ਇਹ ਸਾਰੇ ਫਿੱਕੇ ਹੈ। ਔਰ ਜਿੱਥੋਂ ਅੰਮ੍ਰਿਤ ਮਿਲਣਾ ਹੈ, ਉਹ ਸਾਡੀਆਂ ਅੱਖਾਂ ਤੋਂ ਉੱਪਰ ਹੈ, ਰਸ ਦਾ ਭਰਿਆ। ਤੋ ਕਹਿੰਦੇ 9 ਦੁਆਰੇ ਸਿਮਰਨ ਦੇ ਜਰੀਏ ਖਾਲੀ ਕਰੋ। ਅੱਖਾਂ ਦੇ ਪਿੱਛੇ ਤੀਸਰੇ ਤਿਲ ਦੇ ਉੱਤੇ ਆਓ, ਜਿੱਥੇ ਕੋਈ ਅੰਮ੍ਰਿਤ ਬਰਸ ਰਿਹਾ ਹੈ। 9 ਦਰ ਧਾਵਤ ਨਵੇਂ ਦਰ ਫੀਕੇ, ਤੇ ਫਿੱਕੇ ਰਸ ਅੰਮ੍ਰਿਤ ਦਸਵੇਂ ਚੀਜੇ। ਉਹ ਰਸ ਦਾ ਭਰਿਆ ਅੰਮ੍ਰਿਤ ਜਿਹੜਾ ਹੈ, ਉਹ ਆਪਣੀ ਆਤਮਾ ਤੋਂ ਪਹਿਲਾਂ ਅਸਥੂਲ, ਸੂਖਸ਼ਮ, ਕਾਰਨ ਤਿੰਨੇ ਪੜ੍ਹਦੇ ਲਓ। ਫਿਰ ਮੈਂ ਦੱਸਦਾ ਵੀ ਹੁੰਦਾ ਹੈ ਕਿ ਪਿਆਰਿਓ, ਅੰਮ੍ਰਿਤ ਸਿਰਫ ਅੱਖਾਂ 'ਚ ਛਿੱਟੇ ਮਾਰਨ ਜੋਗਰਾ ਹੀ ਨਹੀਂਗਾ, ਬਲਕਿ ਜਿਹੜੇ ਮਹਾਤਮਾ ਅੰਦਰ ਜਾਂਦੇ ਆ, ਗੁਰੂ ਨਾਨਕ ਕਹਿੰਦਾ ਹੈ, ਅੰਦਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਹਾਰੀ। ਤੁਹਾਡੇ ਅੰਦਰ ਤਾਂ ਅੰਮ੍ਰਿਤ ਦਾ ਖੂਹ ਲੱਗਿਆ ਹੋਇਆ ਹੈ, ਲੇਕਿਨ ਸ਼ਬਦ ਨਾਮ ਦੀ ਕਮਾਈ ਨਹੀਂ ਪੀ ਸਕਦੇ। ਖੁਦ ਵੀ ਪੀ ਸਕਦੇ ਹੋ, ਹੋਰਾਂ ਨੂੰ ਵੀ ਪਿਆ ਸਕਦੇ ਹੋ। ਆਪ ਤਰੇ ਜਨ ਸਗਲੇ ਕੁਲ ਤਾਰੇ। ਆਪ ਤਰ ਜਾਂਦਾ ਹੈ, ਹੋਰਾਂ ਨੂੰ ਵੀ ਤਰ ਜਾਂਦਾ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਲੇਕਿਨ ਉਹ ਪਹਿਲਾਂ ਜਿਹੜਾ ਸਾਡਾ ਅੰਮ੍ਰਿਤ ਹੈ, ਉਹ ਵਿਸ਼ੇ ਵਿਕਾਰ ਇੰਦਰੀਆਂ ਦੇ ਭੋਗਾਂ ਵਿੱਚ ਸਾਡਾ ਖਰਚ ਹੋ ਰਿਹਾ ਹੈ। ਤੋ ਕਹਿੰਦੇ ਉਹ ਭਰਿਆ ਅੰਮ੍ਰਿਤ ਦਾ ਰਸ, ਸੰਤ ਕਹਿੰਦੇ ਉੱਪਰ ਜਾ ਕੇ ਭਾਈ ਤੈਨੂੰ ਮਿਲੇਗਾ। ਤੇ ਇਸ ਵਾਸਤੇ ਆਪ ਅੱਗੇ ਦੱਸਦੇ ਆ ਕਿ ਕਿਹੜੇ ਕਿਹੜੇ ਕਰਮ ਛੱਡੇਗਾ ਤਾਂ ਮਾਲਕ ਅੰਦਰ ਬੂਹਾ ਖੋਲੇਗਾ। ਹਾਂ ਭਾਈ, ਜਿਸ ਜਲ ਨਿਦ ਕਾਰਣ ਤੁਮ ਜਾਗੇ ਆਏ, ਸੋ ਅੰਮ੍ਰਿਤ ਗੁਰ ਪਾਹੀ ਜਿਉ। ਛੋੜੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜਿਉ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਕਰਮਾਂ ਦਾ ਜ਼ਿਕਰ ਕਰਦੇ ਹੈ ਕਿ ਜਿਹੜੇ ਅਸੀਂ ਆਮ ਤੌਰ ਦੇ ਉੱਤੇ ਲੋਕ ਕਰਮ ਕਮਾਉਣੇ ਹੈ,
ਮੈਂ ਉੱਪਰ ਵੀ ਦੱਸਿਆ ਸੀ, ਕੰਨ ਪੜਾਉਣੇ ਆ, ਪਗਵੇਂ ਕੱਪੜੇ ਪਾਉਣੇ ਆ, ਕਿਸੇ ਖਾਸ ਸਮਾਜ ਦੇ ਵਿੱਚ ਦਾਖਲ ਹੁੰਦੇ ਆ। ਇਸ ਕਾਹਦੇ ਵਾਸਤੇ? ਵੀ ਸਾਨੂੰ ਉਹ ਅੰਮ੍ਰਿਤ ਮਿਲ ਜਾਵੇ। ਚਤਰਾਈਆਂ ਕਰਦੇ ਹਾਂ, ਆਪਣੇ ਕੰਮ ਦੀ ਸਾਡਾ ਨਿਕਲ ਆਵੇ, ਠੱਗੀਆਂ ਮਾਰਦੇ ਆ, ਕੀ ਨਹੀਂ ਕਰਦੇ ਗਏ। ਤੋ ਕਹਿਣ ਲੱਗੇ ਇਹਨਾਂ ਚੀਜ਼ਾਂ ਨੂੰ ਛੱਡੋ, ਛੋਡੋ ਭੇਖ ਵੇਸ਼ ਚਤਰਾਈ। ਇਹ ਬਾਹਰਲਾ ਜਿਤਨਾ ਵੀ ਭੇਖ ਹੈ, ਭੇਖ ਧਾਰਨ ਦੇ ਨਾਲ ਅਗਰ ਪਰਮਾਤਮਾ ਮਿਲਦਾ ਹੋਵੇ ਤਾਂ ਬਹਿਰੂਪੀਏ ਜਿਹੜੇ ਹੈਗੇ ਆ ਉਹ ਪਰਮਾਤਮਾ ਨੂੰ ਫਸਾ ਲੈਣ। ਅਗਰ ਪਾਣੀ ਦੇ ਵਿੱਚ ਨਹਾਉਣ ਨਾਲ ਮਿਲਦਾ ਹੋਵੇ ਤੇ ਡੱਡੂ ਮੱਛੀਆਂ ਨੂੰ ਬੁਲਾ ਲੈਣ। ਤੋ ਆਪ ਕਹਿਣ ਲੱਗੇ ਛੋਡੋ ਵੇਖ ਭੇਸ ਚਤਰਾਈ। ਅਗਰ ਉਹ ਚਤਰਾ ਨੂੰ ਮਿਲਦਾ ਹੁੰਦਾ ਤੇ ਭੋਲੇ ਲੋਕ ਵਿਚਾਰੇ ਰਹਿ ਜਾਂਦੇ। ਤੋ ਆ ਪਿਆਰ ਨਾਲ ਕਹਿੰਦੇ ਆ ਇਹਨਾਂ ਨੂੰ ਛੱਡ ਦਿਓ। ਤੀਸਰੀ ਗੱਲ ਕਿਹੜੀ ਹੈ? ਦੁਬਦਾ ਨੂੰ ਛੱਡ ਦਿਓ। ਦੁਬਦਾ ਮੇ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਦੋ ਘੋੜਿਆਂ ਤੇ ਚੜ ਕੇ ਕਦੇ ਵੀ ਕੋਈ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾਗਾ। ਪਹਿਲਾਂ ਜਿਤਨੀ ਮਰਜ਼ੀ ਖੋਜ ਕਰੋ, ਇੱਕ ਵਾਰੀ ਨਹੀਂ ਹਜ਼ਾरों ਵਾਰੀ ਕਰੋ, ਲੇਕਿਨ ਜਦ ਸ਼ਰਨ ਲੈ ਲਈ ਹੈ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ, ਫਿਰ ਦੁਬਦਾ ਨਾ ਲਿਆਓ। ਤੇ ਦੁਬਦਾ ਇਹ ਫਲ ਨਾ ਹੀ ਜੀਓ। ਗੁਰੂ ਸਾਹਿਬ ਕਹਿੰਦੇ ਅਗਰ ਤੁਸੀਂ ਦੁਬਦਾ ਦੇ ਵਿੱਚ ਹੋ, ਇਹ ਤੁਹਾਨੂੰ ਨਾਮ ਦਾ ਫਲ, ਨਾਮ ਦਾ ਮੇਵਾ ਜੋ ਗੁਰੂ ਨੇ ਦੱਸਿਆ ਉਹ ਮਿਲੇਗਾ ਨਹੀਂ ਜੀ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੁ ਮਤ ਕਤ ਜਾਹੀ ਜੀਓ। ਮਨ ਰੇ ਥਿਰ ਰਹੁ ਮਤ ਕਤ ਜਾਹੀ ਜੀਓ। ਜਿਹੜਾ ਮਨ ਪਹਿਲਾਂ ਵਿਸ਼ੇ ਵਿਕਾਰਾਂ ਦੇ ਅੰਦਰ ਹਿਰਨ ਦੀ ਤਰ੍ਹਾਂ ਭਟਕਦਾ ਫਿਰਦਾ ਸੀ, ਜਦੋਂ ਸਿਮਰਨ ਦੇ ਜ਼ਰੀਏ ਅਸੀਂ ਤੀਸਰੇ ਤਿਲ ਤੇ ਇਸ ਨੂੰ ਲੈ ਜਾਂਦੇ ਹਾਂ, ਉਸ ਤੋਂ ਵੀ ਉੱਪਰ ਅਸਥੂਲ ਸੂਖਸ਼ਮ ਦੇ ਵਿੱਚ ਚਲੇ ਜਾਂਦੇ ਹਾਂ, ਬਰਮ ਦੇ ਵਿੱਚ ਜਾਂਦੇ ਹਾਂ, ਤਿਰਕੁਟੀ ਦੇ ਰਹਿਣ ਵਾਲਾ ਹੈ, ਫਿਰ ਇਹ ਵੀ ਥਿਰ ਹੋ ਜਾਂਦਾ, ਇਹ ਭਟਕਣਾ ਛੱਡ ਜਾਂਦਾ ਹੈ। ਇਹ ਉਤਨਾ ਚਿਰ ਹੀ ਭਟਕਦਾ ਹੈ ਜਿੰਨਾ ਚਿਰ ਆਪਣੇ ਘਰ ਤੋਂ ਇਹ ਬੇਘਰ ਹੈ। ਪਾਗਲ ਨੂੰ ਆਪਾਂ ਜਿੰਨਾ ਮਰਜ਼ੀ ਹੈ ਬਾਹਰ ਸਮਝਾਈਏ, ਉਹ ਕਦੇ ਵੀ ਸਮਝੇਗਾ ਨਹੀਂ। ਜੇ ਉਸ ਨੂੰ ਉਹਦੇ ਘਰ ਲਿਆਈਏ, ਥੋੜਾ ਬਹੁਤਾ ਚਿਰ ਤਾਂ ਉਹ ਅਸ਼ਾਂਤ ਜਾਂ ਇੱਧਰ ਉੱਧਰ ਦੇਖੇਗਾ, ਫਿਰ ਹੌਲੀ ਹੌਲੀ ਉਸ ਘਰ ਦੇ ਅੰਦਰ ਕੋਈ ਸਮਾਨ ਵੀ ਪਿਆ ਹੁੰਦਾ ਹੈ, ਉਹਦਾ ਆਖਰ ਉਹ ਸਮਾਨ ਕੰਨੀ ਖਿਆਲ ਹੋ ਜਾਂਦਾ ਹੈ ਵੀ ਕੀ ਸਮਾਨ ਪਿਆ ਹੈ। ਕੋਈ ਨਾ ਕੋਈ ਵਸਤੂ ਉਹ ਮੂੰਹ ਵਿੱਚ ਵੀ ਪਾਉਂਦਾ ਹੈ ਕਿ ਦੇਖੀਏ ਖੱਟੀ ਹੈ, ਮਿੱਠੀ ਹੈ, ਇਹਦਾ ਜਾਇਕਾ ਕੈਸਾ ਹੈ। ਉੱਥੇ ਸਾਰਾ ਸਮਾਨ ਮਿੱਠਾ ਰੱਖਿਆ ਹੁੰਦਾ ਹੈ ਕਿ ਇਹ ਉਹ ਕਿਵੇਂ ਨਾ ਕਿਵੇਂ ਖਾਵੇ। ਅਗਰ ਥੋੜਾ ਜਿਹਾ ਵੀ ਖਾਏਗਾ, ਇਹ ਰਸ ਐਸਾ ਉਹਨੇ ਕਦੇ ਦੇਖਿਆ ਨਹੀਂ ਹੋਏਗਾ। ਤਾਂ ਫਿਰ ਮਨ ਜਿਹੜਾ ਹੈ ਉਹ ਪਾਗਲ ਜਿਹੜਾ ਹੈ, ਮਨ ਵੀ ਪਾਗਲਾਂ ਦੀ ਤਰ੍ਹਾਂ ਦੌੜਿਆ ਫਿਰਦਾ ਹੈ, ਉਹ ਥਿਰ ਹੋ ਜਾਂਦਾ ਹੈ। ਭਾਵੇਂ ਦੁਨੀਆ ਦੇ ਬਾਹਰ ਜਿੰਨੇ ਮਰਜ਼ੀ ਕੋਈ ਰਸ ਕਸ ਦੇ ਦੇਵੇ, ਉਹ ਕਦੇ ਵੀ ਡੋਲੇਗਾ ਨਹੀਂ, ਬਾਹਰ ਨਹੀਂ ਜਾਏਗਾ ਜੀ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵੇ, ਕਰ ਅੰਮ੍ਰਿਤ ਘਟ ਮਾਹੀ ਜੀਓ। ਜਿੰਨੇ ਵੀ ਅਸੀਂ ਆਪਦੇ ਘਰ ਤੋਂ ਦੂਰ ਜਾਂਦੇ ਹਾਂ, ਉਹਨੇ ਕਸ਼ਟ ਹੀ ਕਸ਼ਟ ਹੈ, ਮੁਸੀਬਤਾਂ ਹੀ ਮੁਸੀਬਤਾਂ ਹੁੰਦੀਆਂ ਹੈ। ਲੋਕਾਂ ਨੇ ਬਾਹਰ ਖੋਜਣ ਦੀ ਕੋਈ ਕਸਰ ਨਹੀਂ ਛੱਡੀ ਹੁੰਦੀ। ਕਿੱਥੇ ਅਰਬ ਦੇ ਅੰਦਰ ਮੱਕਾ ਹੈ, ਰੇਗਿਸਤਾਨ ਹੈ, ਸਾਰੇ ਅਸੀਂ ਉੱਥੇ ਜਿਹੜੇ ਜਾਂਦੇ ਹੈ ਲੋਕ, ਉਹ ਸਾਰੇ ਉਸ ਪਰਮਾਤਮਾ ਦੀ ਖੋਜ ਵਿੱਚ ਹੀ ਜਾਂਦੇ ਹੈ। ਕਿਹਦਾ ਦਿਲ ਕਰਦਾ ਕਿ ਅਸੀਂ ਇਤਨੇ ਪੈਸੇ ਲਾਈਏ। ਜਗਨਨਾਥ ਜਾਂਦੇ ਹਾਂ, ਉੱਥੇ ਵੀ ਅਸੀਂ ਕਿਸ ਤਰ੍ਹਾਂ
ਬਰਫੀਲੀ ਜਗ੍ਹਾ ਵਿੱਚ ਜਾਂਦੇ ਹਾਂ। ਕਾਹਦੇ ਵਾਸਤੇ? ਵੀ ਉਹ ਪਰਮਾਤਮਾ ਦੀ ਖੋਜ ਵਾਸਤੇ ਜਾਂਦੇ ਹਾਂ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅਸੀਂ ਲੋਕ ਖੋਜ ਨਹੀਂ ਕਰਦੇ, ਜਾਂਦੇ ਨਹੀਂ ਗੇ। ਸੱਚਾਈ ਇਹ ਹੈ, ਅਗਰ ਉਸ ਜਗ੍ਹਾ ਸਾਨੂੰ ਇਹ ਵਸਤੂ ਨਾਮ ਦੀ ਮਿਲਦੀ, ਸਾਨੂੰ ਸ਼ਾਂਤੀ ਆਉਣੀ ਹੁੰਦੀ ਹੈ। ਜਿਹੜੇ ਉੱਥੇ ਪੁਜਾਰੀ ਰਹਿੰਦੇ ਹੈ, ਤੁਸੀਂ ਸੋਚ ਕੇ ਦੇਖ ਲਓ, ਠੰਡੇ ਦਿਲ ਨਾਲ, ਮੈਨੂੰ ਜਾਣ ਦਾ ਹਰ ਜਗ੍ਹਾ ਮੌਕਾ ਮਿਲਿਆ ਹੈ। ਸਿਰਫ ਉਹ ਲੋਕਾਂ ਨੂੰ ਹੀ ਕਹਿੰਦੇ ਹੈ ਪਰਮਾਤਮਾ ਦੀਆਂ ਗੱਲਾਂ, ਲੇਕਿਨ ਖੁਦ ਪਰਮਾਤਮਾ ਤੋਂ ਦੂਰ ਹੈ। ਖੁਦ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ। ਅਗਰ ਪੁਜਾਰੀਆਂ ਨੂੰ ਸ਼ਾਂਤੀ ਹੋਵੇ, ਭਾਈਆਂ ਨੂੰ ਹੋਵੇ, ਪਾਦਰੀਆਂ ਨੂੰ ਹੋਵੇ, ਮੁੱਲਾਂ ਨੂੰ ਹੋਵੇ, ਅੱਜ ਕਿਉਂ ਲੋਕ ਲੜਨ? ਇੱਕ ਦੂਸਰੇ ਦੇ ਖੂਨ ਦੇ ਪਿਆਸੇ ਕਿਉਂ ਹੋਣ? ਸਾਰੇ ਸੰਸਾਰ ਵਿੱਚ ਉਹ ਪ੍ਰਭੂ ਦੀ ਪੂਜਾ ਹੋਵੇ, ਪ੍ਰਭੂ ਦੀ ਭਗਤੀ ਹੋਵੇ, ਸਭ ਦਾ ਪਿਆਰ ਹੋਵੇ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਬਾਹਰ ਢੂੰਡਤ ਜਿੰਨੇ ਵੀ ਅਸੀਂ ਬਾਹਰ ਢੂੰਡਣਗੇ, ਉਹਨੇ ਜਿਹੜੇ ਸਰੀਰ ਤੇ ਕਸ਼ਟ ਚੱਲੇ ਉਹ ਤਾਂ ਚੱਲੇ ਹੀ, ਲੇਕਿਨ ਜਿਹੜੀ ਆਤਮਾ ਵਿੱਚ ਬੇਚੈਨੀ ਹੋਈ ਉਹ ਅਲੱਗ ਹੋ ਗਈ। ਗੁਰੂ ਨਾਨਕ ਕਹਿੰਦੇ, ਜੇਤਾ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੌ ਬੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰਾ ਐਨਿਸ ਕਹਿ ਰਹਿ, ਮੋਨ ਬਗੁੱਤਾ ਕਿਉ ਜਾਗਾ ਗੁਰਬਿਨ ਸੁੱਤਾ। ਹਾਂ ਭਾਈ, ਬਾਹਰ ਢੂੰਡਤ ਬਹੁਤ ਦੁਖ ਪਾਵੇ, ਕਰ ਅੰਮ੍ਰਿਤ ਘਟ ਮਾਹੀ ਜਿਉ, ਆਵੇ ਗੁਣ ਛੋੜ ਗੁਣਾ ਕੋ ਤਾਵੋ, ਕਰ ਆਵੇ ਗੁਣ ਪਛਤਾਹੀ ਜਿਉ। ਕੀ ਕਰੋ? ਗੁਣ ਗ੍ਰਹਿਣ ਦੀ ਆਦਤ ਪਾਓ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਅਗਰ ਸਾਨੂੰ ਗੁਣ ਗ੍ਰਹਿਣ ਦੀ ਆਦਤ ਪੈ ਜਾਵੇ ਤਾਂ ਅਸੀਂ ਕਿਸੇ ਦੀ ਨਿੰਦਿਆ, ਜੈਸੇ ਮੈਂ ਉੱਪਰ ਦੱਸ ਕੇ ਆਇਆ ਸੀ ਕਿ ਮੈਨੂੰ ਆਦਤ ਸੀ, ਮੈਂ ਜਿਸ ਥਾਂ ਤੇ ਵੀ ਗਿਆ ਮੈਂ ਉਹਦੀ ਨਿੰਦਿਆ ਨਹੀਂ ਕੀਤੀ। ਇਹ ਗੁਣ ਗ੍ਰਹਿਣ ਦੀ ਜਦੋਂ ਆਦਤ ਪੈ ਜਾਂਦੀ ਹੈ, ਸਮਝ ਲਓ ਵੀ ਇਹ ਸਾਡਾ ਰਸਤਾ ਜਿਹੜਾ ਚੱਲ ਪਿਆ ਹੈ, ਸਾਡੀ ਸੜਕ ਸਾਫ਼ ਹੋ ਰਹੀ ਹੈ। ਅਸੀਂ ਪਾਪਾਂ ਦੀ ਨਗਰੀ ਵਿੱਚ ਆਏ ਹਾਂ, ਦੁੱਖਾਂ ਦੀ ਨਗਰੀ ਵਿੱਚ ਆਏ ਹਾਂ, ਅਸ਼ਾਂਤੀ ਨਗਰੀ ਦੇ ਵਿੱਚ ਆਏ ਹਾਂ। ਇੱਥੇ ਕੋਈ ਹੱਥ ਦੇ ਵਿੱਚ ਕੋਲਾ ਲੈ ਕੇ ਇਹ ਕਵੇ ਕਿ ਮੈਂ ਹੱਥ ਕਾਲਾ ਨਹੀਂ ਹੋਣ ਦੇਗਾ, ਜਦ ਇਹਨੂੰ ਮਹਾਤਮਾ ਨੇ ਨਗਰੀ ਦੁੱਖਾਂ ਦੀ ਕਿਹਾ ਹੈ। ਗੁਰੂ ਨਾਨਕ ਕਹਿੰਦੇ, ਸਾਰੀ ਦੁਨੀਆ ਦੁਖੀ ਹੈ, ਮੈਂ ਕਿਹਦਾ ਨਾਂ ਲਵਾਂ? ਇੱਥੇ ਅਸੀਂ ਕਿਸ ਤਰ੍ਹਾਂ ਸੌਖੇ ਹੋ ਸਕਦੇ ਹਾਂ? ਇਹ ਕਿਉਂ ਸਾਨੂੰ ਦੁੱਖ ਮਿਲਦੇ ਆ? ਸਾਡੇ ਆਪਣੇ ਕਰਮਾਂ ਦੇ ਹੈ। ਪਰਮਾਤਮਾ ਦਾ ਤਾਂ ਕਿਸੇ ਨਾਲ ਕੋਈ ਵੈਰ ਨੀਗਾ, ਉਹਦੀ ਕੋਈ ਦੁਬਦਾ ਨਹੀਂ ਗੀ, ਲੇਕਿਨ ਸਾਡੇ ਆਪਣੇ ਕਰਮਾਂ ਦੇ ਦੁੱਖ ਹੈ ਜਿਹੜੇ ਸਾਨੂੰ ਭੋਗਣੇ ਪੈਂਦੇ ਆ। ਇੱਕੋ ਹੀ ਸਾਧਨ ਹੈ ਇਹਨਾਂ ਤੋਂ ਬਚਣ ਦਾ, ਕਰ ਅਵਗੁਣ ਪਛਤਾਹੀ ਜੀਅ। ਪਛਤਾਵਾ ਅਸੀਂ ਕਦੋਂ ਕਰਦੇ ਹਾਂ? ਮੂੰਹ ਨਾ ਕਹਿ ਲਈਏ, ਅੰਦਰ ਨਹੀਂ ਮੰਨਦਾਗਾ। ਮੂੰਹ ਨਾ ਕਹਿ ਲੈਂਦੇ ਆ, ਅੰਦਰ ਨਹੀਂ ਮੰਨਦਾਗਾ। ਇਹ ਉਦੋਂ ਮੰਨਦਾ ਹੈ ਜਦੋਂ ਅਸੀਂ ਸ਼ਬਦ ਦੇ ਨਾਲ ਮਨ ਮਹੀਨ ਕਰ ਲੀਜੀਏ, ਜਦ ਪੀ ਲਾਗੇ ਹਾਥ। ਪਲਟੂ ਸਾਹਿਬ ਨੇ ਕਿਹਾ, ਜਦ ਅਸੀਂ ਮਨ ਨੂੰ ਮਹੀਨ ਪੀਸ ਕੇ ਸਿਮਰਨ ਦੇ ਨਾਲ, ਫੇਰ ਅੰਦਰੋਂ ਇਹ ਅਰਦਾਸ ਕਰਦਾ ਹੈ ਕਿ ਮੈਂ ਵਾਕਈ ਪਾਪ ਕੀਤੇ। ਤੁਸੀਂ ਸੰਤਾਂ ਦੀਆਂ ਬਾਣੀਆਂ ਪੜ੍ਹ ਕੇ ਦੇਖ ਲਓ, ਗੁਰੂ ਸਾਹਿਬ ਕਹਿੰਦੇ, ਹਮ ਆਪ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛੋੜ ਬਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਤੈ ਮਿਲਤ ਜਮ ਤਰਾਸ ਮਿਟਾਈ। ਇਹ ਜਿਹੜੇ ਪੰਡਤ ਸਨ, ਪਾਠ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਇਹ ਉਸ ਜਵਾਨੇ ਦੇ ਅੱਛੇ ਪੜ੍ਹੇ ਲਿਖੇ ਪੰਡਤ ਸਨ, ਕਾਂਸੀ ਦੇ। ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੰਗਤ ਵਿੱਚ ਆਏ, ਫਿਰ ਉਹਨਾਂ ਨੇ ਕਿਹਾ, ਵਰਸ ਏਕ ਹੋ ਫਿਰੇ ਕਿਨੇ ਨਾ ਪਰਚਾ ਲਾਇਓ। ਜਿਹੜੀ ਉਹਨਾਂ ਨੇ ਖੋਜ ਸੀ ਉਹ ਸਾਰੀ ਦੱਸੀ, ਕਿਸ ਤਰ੍ਹਾਂ ਅਸੀਂ ਇੱਕ ਸਾਲ ਫਲਾਣੇ ਥਾਂ ਅਸੀਂ ਲਾਇਆ, ਕਿਸੇ ਨੇ ਸਾਨੂੰ ਅੰਦਰ ਦਾ ਪਰਚਾ ਨਾ ਦਿੱਤਾ। ਸੰਨਿਆਸੀ ਤਪੱਸੀ ਮੁਖੋ ਇਹ ਪੰਡਤ ਮਿੱਠੇ,
ਉਹ ਕਹਿਣ ਲੱਗੇ ਲੋਕ ਬੜੇ ਮੂੰਹ ਦੇ ਪੁਜਾਰੀ ਮਿੱਠੇ ਹੈ, ਇਹਨਾਂ ਨੂੰ ਵੀ ਮਿਲੇ। ਪਰ ਖੋਜਦੇ ਖੋਜਦੇ ਕਹਿਣ ਲੱਗੇ ਸੀ ਤੇਰੀ ਸ਼ਰਨ ਵਿੱਚ ਆਏ। ਉੱਥੇ ਆ ਕੇ ਕਿਹਾ ਸੀ ਔਗਣਾ ਦੇ ਭਰੇ ਹੈ, ਸਾਡੇ ਵਿੱਚ ਇੱਕ ਵੀ ਗੁਣ ਨਹੀਂਗਾ। ਅਸੀਂ ਜੋ ਨਾਮ ਦਾ ਅਮਰ ਸੀਗਾ ਉਹ ਛੱਡ ਦਿੱਤਾ, ਵਿਸ਼ਿਆਂ ਦਾ ਰਸ ਪੀਤਾ। ਤੇਰੀ ਉੱਤਮ ਸੰਗਤ ਸੁਣੀ ਵੀ ਤੇਰੀ ਸੰਗਤ 'ਚ ਹੀ ਉਦਾਰ ਹੋ ਸਕਦਾ, ਅਸੀਂ ਤਾਂ ਤੇਰੇ ਪਾਸ ਆਏ ਹਾਂ। ਹੇ ਗੁਰੂ ਰਾਮਦਾਸ, ਸਾਨੂੰ ਆਪਣੀ ਸ਼ਰਨ ਵਿੱਚ ਰੱਖ। ਸੱਚਾ ਪਛਤਾਵਾ ਉਸ ਵੇਲੇ ਹੀ ਹੁੰਦਾ ਹੈ ਜਦੋਂ ਅਸੀਂ ਪੂਰੇ ਸੰਤ ਪਾਸ ਜਾਂਦੇ ਹਾਂ, ਸਾਡੇ ਜਿਹੜੇ ਪਾਪ ਉਹ ਕੰਬ ਉੱਠਦੇ ਹੈ। ਸੋ ਇਸ ਵਾਸਤੇ ਆਪ ਕਹਿਣਗੇ ਤੁਸੀਂ ਅਵਗੁਣ ਪਛਤਾਹੀ ਜੀਓ, ਤੇ ਸੰਤ ਸਾਨੂੰ ਮਾਫੀ ਦਿਵਾਉਣ ਵਾਸਤੇ ਆਉਂਦੇ ਹੈ। ਮੈਂ ਸਦਾ ਹੀ ਦੱਸਦਾ ਹੁੰਦਾ ਕਿ ਉਹਨਾਂ ਦਾ ਕੰਮ ਹੀ ਮਾਫੀ ਦਿਵਾਉਣਾ ਹੈ। ਉਹ ਸਾਡੀ ਆਤਮਾ ਨੂੰ ਭਜਨ ਸਿਮਰਨ ਦੇ ਜ਼ਰੀਏ ਅੰਦਰ ਲਿਜਾਂਦੇ ਹੈ। ਆਖਰੋਂ ਮਾਲਕ ਦੇ ਅੱਗੇ ਖੜਾ ਕਰਦੇ ਹੈ ਕਿ ਤੇਰਾ ਬਾਲਕ ਹੀ ਭੁੱਲ ਗਿਆ ਸੀਗਾ, ਅੱਗੇ ਵਾਸਤੇ ਇਹ ਮਾਫੀ ਮੰਗਣ ਵਾਸਤੇ ਆਇਆ ਹੈ। ਉਹਦਾ ਦਰਬਾਰ ਰਹਿਮਤ ਦਾ ਹੈ। ਲੇਕਿਨ ਇੱਥੇ ਅਸੀਂ ਕੀ ਕਰਦੇ ਹਾਂ, ਕਈ ਦਫਾ ਅਸੀਂ ਬਾਹਰੋਂ ਮਾਫੀ ਵੀ ਮੰਗ ਲੈਂਦੇ ਹਾਂ ਕਿ ਜੀ ਮਹਾਰਾਜ ਮਾਫੀ ਦਿਓ। ਹੁਣ ਉਹਨਾਂ ਕੋਲ ਤਾਂ ਮਾਫੀ ਹੈ, ਲੇਕਿਨ ਅਸੀਂ ਅੰਦਰੋਂ ਨਹੀਂ ਮੰਗੀ, ਉਹੀ ਕਰਮ ਫੇਰ ਕਰਨ ਲੱਗ ਜਾਂਦੇ ਹਾਂ। ਤੋ ਅੰਦਰ ਕਹਿਣ ਦੀ ਜ਼ਰੂਰਤ ਹੀ ਨਹੀਂ, ਗੁਰੂ ਹੀ ਕਹਿੰਦਾ ਹੈ ਕਿ ਹੁਣ ਮਾਫੀ ਮੰਗਣ ਆਇਆ ਜੀ। ਆਵੇ ਗੁਣ ਛੋੜ ਗੁਣਾ ਕੋ ਤਾਵੋ, ਕਰ ਆਵੇ ਗੁਣ ਪਛਤਾਹੀ ਜੀਓ। ਸਾਰੇ ਆਪ ਸਾਰੇ ਕੀ ਸਾਰ ਨ ਜਾਣੇ, ਫਿਰ ਕੀਚ ਬੁੜਾਹੀ ਜੀਓ। ਅਸੀਂ ਜਦੋਂ ਕਰਮ ਕਰਦੇ ਹਾਂ ਅਸੀਂ ਕਹਿੰਦੇ ਕੌਣ ਦੇਖਦਾ ਹੈ? ਪਰਮਾਤਮਾ ਤਾਂ ਕਿਸੇ ਪਾਸੇ ਸੁੱਤਾ ਪਿਆ ਹੈ ਜਾਂ ਉਹ ਹੈ ਹੀ ਨਹੀਂਗਾ। ਬੂਹਾ ਭੇੜਿਆ, ਕਰਮ ਕਰ ਲਿਆ, ਲੇਕਿਨ ਇਹ ਨਹੀਂ ਪਤਾ ਕਿ ਉਹ ਹਰ ਜਗ੍ਹਾ ਦੇਖਦਾ ਹੈ। ਸਰ ਅਫਸਰ ਕੀ ਸਾਰ ਨਾ ਜਾਣੇ, ਫਿਰ ਕੀਚ ਵਡਾਹੀ ਜੀਓ। ਫਿਰ ਉਹ ਚਿੱਕੜ ਦੇ ਵਿੱਚ, ਪਾਪਾਂ ਦੇ ਚਿੱਕੜ ਵਿੱਚ ਫਿਰ ਗਿਰਦੇ हैं। ਲੇਕਿਨ ਕੋਈ ਐਸੀ ਤਾਕਤ ਹੈ, ਗੁਪਤ ਹੱਥ ਹੈ, ਗੁਪਤ ਅੱਖ ਹੈ ਕਿ ਜਿਹੜੀ ਸਾਡੇ ਪੁੰਨ ਵੀ ਲਿਖਦੀ ਹੈ, ਪਾਪ ਵੀ ਲਿਖੀ ਜਾਂਦੀ ਹੈ। ਪਾਪਾਂ ਦਾ ਬਦਲਾ ਕੀ ਹੈ? ਪਾਪਾਂ ਦਾ ਇਨਾਮ ਕੀ ਹੈ ਬਈ? ਤੰਦਰੁਸਤ ਚੰਗੇ ਘਰ ਵਿੱਚ ਆਉਣਾ, ਚੰਗਾ ਦਿਮਾਗ ਹੋਣਾ। ਤੋ ਪਾਪਾਂ ਦੀ ਸਜ਼ਾ ਕੀ ਹੈ? ਅੱਛਾ ਦਿਮਾਗ ਨਾ ਰਹਿਣਾ, ਗਰੀਬ ਘਰ ਵਿੱਚ ਪੈਦਾ ਹੋਣਾ, ਬੁੱਧੀ ਠੀਕ ਨਾ ਹੋਣੀ, ਬਿਮਾਰ ਰਹਿਣਾ। ਇਹ ਪਿਆਰਿਓ ਪਾਪਾਂ ਦੀ ਸਜ਼ਾ ਹੈ। ਹੁਣ ਅਸੀਂ ਇਹ ਸਾਰੀਆਂ ਹੀ ਭੋਗਦੇ ਹਾਂ ਤਾਂ ਤੇ ਕੋਈ ਹੈ ਤਾਕਤ। ਤੋ ਸੰਤ ਕਹਿੰਦੇ ਆ ਕਿ ਤੁਸੀਂ ਅੱਖਾਂ ਨਾ ਦੇਖੋ, ਉਹ ਤਾਕਤ ਤੁਹਾਡੇ ਅੰਦਰ ਵੀ ਹੈ। ਉਹ ਤੁਹਾਡੇ ਅੰਦਰ ਹੀ ਬੈਠੀ ਦੇਖ ਰਹੀ ਹੈ ਵੀ ਤੁਸੀਂ ਕਿੰਨੇ ਕੁ ਮਹਾਤਮਾ ਹੋ, ਕਿੰਨੇ ਕੁ ਤੁਸੀਂ ਚੋਰ ਹੋ, ਕਿੰਨੇ ਕੁ ਭਲੇ ਮਾਨਸ ਹੋ। ਅਸੀਂ ਬਾਹਰ ਧੋਖਾ ਦੇ ਲੈਂਦੇ ਲੋਕਾਂ ਨੂੰ, ਲੇਕਿਨ ਜਿਹੜਾ ਸਾਡੇ ਅੰਦਰ ਬੈਠਾ ਉਹ ਧੋਖਾ ਨਹੀਂ ਖਾਂਦਾਗਾ ਜੀ। ਸਾਰੇ ਆਪ ਸਾਰੇ ਕੀ ਸਾਰ ਨ ਜਾਣੇ, ਫਿਰ ਕੀਚ ਬੁੜਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ। ਅੰਦਰ ਵਿਸ਼ੇ ਵਿਕਾਰਾਂ ਦੀ ਮੈਲ ਹੈ, ਲੋਭ ਦੀ ਮੈਲ ਹੈ, ਚੁਗਲੀ ਨਿੰਦਿਆ ਦੀ ਮੈਲ ਹੈ। ਇਹਦਾ ਨਹਾਉਣ ਦਾ ਉਪਰਾਲਾ ਕੀ ਕਰਦੇ ਹਾਂ? ਬਾਹਰ ਤੀਰਥਾਂ ਤੇ ਜਾਂਦੇ ਹਾਂ ਕਿ ਸਾਡੀ ਮੈਲ ਲੈ ਜਾਵੇ। ਗੁਰੂ ਨਾਨਕ ਕਹਿੰਦੇ ਆ ਪਾਪ ਜਾਂ ਤਾਂ ਕਾਮ ਦੇ ਕੇ ਕਰਦੇ ਆ, ਜਾਂ ਕ੍ਰੋਧ ਦੇ ਕੇ ਆ, ਜਾਂ ਲੋਭ ਮੋਹ ਹੰਕਾਰ ਦੇ ਕੇ ਆ। ਫਿਰ ਨਹਾ ਕੇ ਤੀਰਥ ਦੇ ਉੱਤੇ ਕਹਿ ਦਿੰਦੇ ਇਹ ਸਾਰੇ ਉਤਰ ਗਏ। ਫਿਰ ਬਸਤੀ ਦੇ ਅੰਦਰ ਆ ਕੇ ਕਮਾਉਂਦੇ ਆ। ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਫੇਰ ਕਮਾਵੇ ਬੋਰ ਨਸੰਕ, ਜਮ ਪਰ ਬਾਦ ਖੜੇ ਕਾ ਲੰਕ। ਕਤਲ ਕਰਕੇ, ਚੋਰੀ ਕਰਕੇ, ਉਹਨਾਂ ਚਿਰ ਤਾਂ ਬੰਦਾ ਕਹਿੰਦਾ ਹੈ ਕਿ ਕੋਈ ਪੁਲਿਸ ਨਹੀਂ ਗਈ, ਲੇਕਿਨ ਥੋੜੇ ਚਿਰ ਬਾਅਦ ਉਹ ਪੁਲਿਸ ਦੇ ਹਿਰਾਸਤ ਦੇ ਵਿੱਚ ਆ ਜਾਂਦਾ ਹੈ। ਜੋ ਨਸ਼ਾ ਹੈ ਸਾਰਾ ਹੀ ਉੱਡ ਜਾਂਦਾ ਹੈ। ਇਹ ਬੜਾ ਔਖੀ ਘਾਟੀ ਹੁੰਦੀ ਹੈ ਜਦੋਂ ਹਰ ਇੱਕ ਦਾ
ਧਰਮਰਾਜ ਦੇ ਘਰੇ ਜਾ ਕੇ ਅਸਾਬ ਹੁੰਦਾ ਹੈ। ਉਹ ਬੜੀ ਦੁੱਖਾਂ ਭਰੀ ਘੜੀ ਹੁੰਦੀ ਹੈ। ਜੀਵ ਨੂੰ ਮੌਤ ਦੇ ਬਾਅਦ ਬੜੇ ਹੀ ਖੰਡੇ ਵਰਗੀ ਧਾਰ ਵਰਗੇ ਰਸਤੇ ਤੇ ਚੱਲਣਾ ਪੈਂਦਾ ਹੈ। ਉੱਥੇ ਰੰਗ ਉਤਰ ਜਾਂਦੇ ਹੈ ਜੀ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜਿਉ। ਨਿਰਮਲ ਨਾਮ ਜਪੋ ਸਾਧ ਗੁਰਮੁਖ, ਅੰਤਰ ਕੀ ਗਤ ਤਾਹੀ ਜਿਉ। ਸੰਤਾਂ ਦੀ ਬਾਣੀ ਸਿਰਫ ਇਹ ਨਹੀਂ ਕਿ ਸਵਾਲ ਹੈ, ਖੁਦ ਹੀ ਜਵਾਬ ਦਿੰਦੇ ਹੈ। ਉੱਪਰ ਦੱਸਿਆ ਕਿ ਨਾ ਤਾਂ ਬਾਹਰਲਾ ਕੋਈ ਭੇਖ ਧਾਰਨ ਨਾਲ ਪਰਮਾਤਮਾ ਮਿਲਦਾ ਹੈ, ਨਾ ਬਾਹਰਲੇ ਕੋਈ ਰੀਤੀ ਰਿਵਾਜ ਨਾਲ ਮਿਲਦਾ ਹੈ। ਕੋਈ ਪਾਣੀ ਸਾਡੇ ਪਾਪਾਂ ਦੀ ਮੈਲ ਨਹੀਂ ਲਾ ਸਕਦਾ, ਸਿਰਫ ਜਿਸਮ ਦੀ ਲਾ ਸਕਦਾ ਹੈ। ਹੁਣ ਆਪ ਪਿਆਰ ਨਾਲ ਕਹਿੰਦੇ ਆ, ਨਿਰਮਲ ਨਾਮ ਜਪੋ ਸਤ ਗੁਰਮੁਖ। ਅਗਰ ਇਹ ਤੁਸੀਂ ਆਪਦੇ ਅੰਦਰ ਦੀ ਮੈਲ ਲਾਉਣੀ ਚਾਹੁੰਦੇ ਹੋ ਤਾਂ ਗੁਰਮੁਖਾਂ ਦਾ ਨਾਮ ਨਿਰਮਲ ਹੈ। ਨਾਮ ਮੈਲ ਰਹਿਣ ਨਹੀਂ ਦਿੰਦਾਗਾ, ਬਲਕਿ ਉਹ ਮੈਲ ਨੂੰ ਦੂਰ ਕਰਦਾ ਹੈ। ਤਾਂ ਆਪ ਕਹਿਣ ਲੱਗੇ ਉਹ ਗੁਰਮੁਖਾਂ ਦਾ ਨਾਮ ਹੈ, ਉਹ ਜਪੋ। ਉਹਦੇ ਨਾਲ ਤੁਹਾਡੀ ਜਿਹੜੀ ਅੰਦਰ ਦੀ ਪਾਪਾਂ ਦੀ ਮੈਲ ਹੈ, ਜੰਮਣ ਮਰਨ ਦੀ ਮੈਲ ਹੈ, ਉਹ ਸਾਰੀ ਨਿਕਲ ਜਾਏਗੀ। ਇਹ ਹੈ ਪਾਪਾਂ ਦੀ ਮੈਲ ਲਾਉਣ ਦਾ ਇਲਾਜ। ਅੱਜ ਤਾਈਂ ਚਾਹੇ ਸਤਯੁਗ ਹੈ, ਚਾਹੇ ਤ੍ਰੇਤਾ ਹੈ, ਚਾਹੇ ਦੁਆਪਰ ਹੈ, ਹਰ ਯੁੱਗ ਦੇ ਅੰਦਰ ਨਾਮ ਤੋਂ ਹੀ ਮੁਕਤੀ ਮਹਾਤਮਾ ਨੇ ਮੰਨੀ ਹੈ। ਸਤਯੁਗ, ਤ੍ਰੇਤਾ, ਦੁਆਪਰੀ, ਕਲਯੁਗ ਪੂਜਾ ਚਾਰ, तीनों युग तीनों दड़ कल केवल नाम उधार जी। निर्मल नाम जपो साध गुरमुख, अंतर की गत ताही जियो। पारे हर लोभ निंदा कूड़ त्यागो, सच गुर बचनी फल पाही जियो। अपनी दसां नौहां दी किरत करके अपना पेट पालो, किसी दे धन ते अख ना रखो, निंदिया करनी छड्ड दिओ, झूठ बोलना छड्ड दिओ। जो रस्ता संत सतगुरु सानू नामदान दे वक्त दसदे आ उस ते चलो जी। पारे हारे लोभ निंदा कूड़ त्यागो, सच गुर बचनी फल पाही जियो। ज्यों पावे त्यों राखो हर जियो, जन नानक शब्द सलाही जियो। इन्ना कुछ करके भी शब्द नाम दी कमाई, फिर भी किन्नी निम्रता गुरुआं ने बयान की है। ज्यों भावे, मैं शुरू च ही कहा सीगा कि ऐसे गुरमुख अपने गुरु अगे यही अरदास करते हैं कि असी अबोध बालक हैं, असी बेसहारा हैं, तू सानू आपदे दर तो ठुकराई ना। हे परमात्मा कृपाल, तेरे हथ जी साडी लाज है, तू साडी लाज रख। इस वास्ते जो सच्चे दिलों दे अगे फरियाद करते हैं, प्रार्थना करते हैं, उन्होंने आपदे बिरध दी लाज है। मैं सुनिया है कि तू समर्थ है, तू दुखियां दे उत्ते दया करदा है, तो मेरे जिड्डा दुखी कौन है, तू मेरे ते दया कर। सो इस वास्ते गुरु नानक ने भी कहा, ज्यों भावा त्यों, तैनू जिस तरह पाउंदा है मैनू अपनी शरण विच रख, आपदी भगती विच लाई रख। सब कुछ कर करा के भी महात्मा ने दम नहीं मारिया, फिर भी वो कहंदे है कि सानू तेरे दर्शनां दी तांग है, तेरे दर्शनां दे सहारे बैठे हैं कि तू जरूर दर्शन देवेगा, साडा तेरे ते जोर नहीं गा। मैं एक भजन विच शुरू च महाराज कृपाल दे अगे बोलिया सी, तेरे उत्ते गुरु मेरा राई रती जोर ना, तेरे बाझो दुनिया ते मेरा कोई होर ना। लेकिन फिर भी उन्हें मेरा दिल नहीं तोड़ा सी। वो कहंदा नहीं, इउं ना कह, जिथे गुरु शिष्य ते जोर रखदा है
ਤੇ ਸ਼ਿਸ਼ ਨੂੰ ਵੀ ਆਪਦੇ ਗੁਰੂ ਤੇ ਮਾਣ ਹੋਣਾ ਚਾਹੀਦਾ ਹੈ ਕਿ ਮੇਰਾ ਗੁਰੂ ਪੂਰਾ ਹੈ, ਮੇਰਾ ਗੁਰੂ ਰਹਿਮ ਦਾ ਸਮੁੰਦਰ ਹੈ, ਮੇਰਾ ਗੁਰੂ ਦਇਆ ਕਰਨ ਵਾਲਾ ਹੈ, ਇਹ ਭੁੱਖੇ ਨੂੰ ਰੋਜੀ ਦਿੰਦਾ ਹੈ, ਇਹ ਗਰੀਬ ਨਵਾਜ ਹੈ ਤੇ ਮੈਨੂੰ ਜ਼ਰੂਰ ਦਰਸ਼ਨ ਦੇਵੇਗਾ। ਸੋ ਇਸ ਵਾਸਤੇ ਗੁਰੂ ਨਾਨਕ ਨੇ ਆਖਰ ਆ ਕੇ ਸਾਨੂੰ ਪਿਆਰ ਨਾਲ ਕਿਹਾ ਕਿ ਤੈਨੂੰ ਜਿਸ ਤਰ੍ਹਾਂ ਭਾਵੇ ਤੂੰ ਮੈਨੂੰ ਉਸ ਤਰ੍ਹਾਂ ਰੱਖ ਲੈ, ਤੇਰੀ ਮਰਜ਼ੀ ਹੈ ਕਾ ਖੁਦਾ, ਤੇਰੀ ਮਰਜ਼ੀ ਹੈ ਰਾਜ ਕਰਾ, ਮੇਰਾ ਇਹਦੇ ਵਿੱਚ ਕੀ ਹੈ। ਅਗਰ ਔਖਾ ਹੈ ਤਾਂ ਵੀ ਤੇਰਾ ਹੀ ਚੇਲਾ ਹੈ, ਸੌਖਾ ਹੈ ਤਾਂ ਵੀ ਤੇਰਾ ਹੀ ਚੇਲਾ ਹੈ। ਸੋ ਸਾਨੂੰ ਵੀ ਚਾਹੀਦਾ ਹੈ ਜਿਸ ਤਰ੍ਹਾਂ ਗੁਰੂ ਨਾਨਕ ਨੇ ਕਿਹਾ ਹੈ, ਅਸੀਂ ਵੀ ਆਪਣੇ ਗੁਰੂ ਦੇਵ ਤੇ, ਉਹ ਪਿਆਰੇ ਤੇ ਜਿਹਨੇ ਸਾਡੇ ਤੇ ਰਹਿਮ ਕੀਤਾ ਹੈ, ਉਸ ਤੇ ਭਰੋਸਾ ਲਿਆਈਏ, ਉਹਦੇ ਦਿੱਤਾ ਹੋਇਆ ਨਾਮ ਜਪੀਏ, ਇਹੀ ਅਰਦਾਸ ਕਰੀਏ ਕਿ ਤੂੰ ਸਾਨੂੰ ਆਪਦੇ ਚਰਨਾਂ ਵਿੱਚ ਜਗ੍ਹਾ ਦੇ, ਆਪਦੇ ਚਰਨਾਂ ਵਿੱਚ ਸਾਨੂੰ ਲਾਈ ਰੱਖ। ਦੁਨੀਆ ਵਿਸਰ ਜਾਵੇ ਪਰ ਤੇਰੇ ਚਰਨ ਨਾ ਵਿਸਰਨ। ਸੋ ਸਾਨੂੰ ਵੀ ਚਾਹੀਦਾ ਕਿ ਆਪਦਾ ਜੀਵਨ ਹੈ ਜਿਹੜਾ ਇਹ ਸਫਲ ਬਣਾਈਏ।